ਕਰੋਨਾ ਦੀਆਂ ਪਾਬੰਦੀਆਂ ਕਿੱਥੇ-ਕਿੱਥੇ ਹਟ ਗਈਆਂ ਨੇ। ਅਦਾਲਤ ਨੇ ਮਜੀਠੀਆ ਦੀ ਆਕਸੀਜਨ ਹੋਰ ਵਧਾ ਦਿੱਤੀ ਹੈ। ਜੇਲ੍ਹ ਦੇ ਵਿੱਚ ਬੰਦ ਖਹਿਰਾ ਨੂੰ ਅਦਾਲਤ ਨੇ ਕੀ ਰਾਹਤ ਦਿੱਤੀ ਹੈ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਕਹਿ ਰਹੇ ਨੇ ਕਿ ਪਤਾ ਨਹੀਂ ਇਹ ਚੋਣਾਂ ਦਾ ਬੁਖਾਰ ਹੈ ਜਾਂ ਫਿਰ ਚੋਣਾਂ ਦਾ ਵਾਇਰਸ ਹੈ। ਹਰ ਕੋਈ ਅਦਾਲਤ 'ਚ ਤੁਰਿਆ ਫਿਰਦਾ ਹੈ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਕੀ 5 ਲੋਕ ਸਭਾ ਕਾਂਗਰਸੀ ਮੈਂਬਰਾਂ ਨੇ ਬਾਈਕਾਟ ਕੀਤਾ ਹੈ। ਭਗਵੰਤ ਮਾਨ ਕਹਿ ਰਹੇ ਨੇ ਕਿ ਐਤਕੀ ਦੇਖ ਲਿਓ ਤੁਸੀਂ ਆਮ ਘਰਾਂ ਦੇ ਮੁੰਡੇ ਵੱਡੇ ਲੀਡਰਾਂ ਨੂੰ ਹਰਾ ਦੇਣਗੇ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ ਦੀਆਂ ਸਾਰੀਆਂ ਸਿਆਸੀ ਤਾਜ਼ਾ ਅਪਡੇਟਸ, ਕਰੋਨਾ ਨੂੰ ਲੈ ਕੇ ਕੀ ਕੁਝ ਹੋ ਰਿਹਾ ਹੈ, ਪੰਜਾਬ ਭਾਰਤ ਦੁਨੀਆ ਦੀਆਂ ਵੱਡੀਆਂ ਖਬਰਾਂ। ਸ਼ੁਰੂਆਤ ਕਰਾਂਗੇ ਕੱਲ ਦੀ ਲੋਕ ਰਾਏ ਦੇ ਨਤੀਜੇ ਤੋਂ। ਕੱਲ ਦੀ ਲੋਕ ਰਾਏ ਸੀ ਪੰਜਾਬ ਦੇ ਵਿੱਚ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਸਮੇਤ ਸਾਰੀਆਂ ਕਰੋਨਾ ਪਾਬੰਦੀਆਂ 1 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ। ਕੀ ਤੁਸੀਂ ਸਹਿਮਤ ਹੋ? ਤਾਂ ਸਾਡੇ 81% ਦਰਸ਼ਕਾਂ ਨੇ ਸਹਿਮਤੀ ਜਤਾਈ ਹੈ ਕਿ ਕਰੋਨਾ ਪਾਬੰਦੀਆਂ ਵਧਾਉਣੀਆਂ ਠੀਕ ਨੇ, ਜਦਕਿ 19% ਦਰਸ਼ਕ ਇਹਦੇ ਨਾਲ ਅਸਹਿਮਤ ਵੀ ਨੇ। ਅੱਜ ਦੀ ਲੋਕ ਰਾਏ ਹੈ ਕਿ ਭਗਵੰਤ ਮਾਨ ਜਿਹੜੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਤੇ ਸੀਐਮ ਕੈਂਡੀਡੇਟ ਨੇ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਐਤਕੀ ਵੋਟਾਂ ਦੇ ਵਿੱਚ ਆਮ ਘਰਾਂ ਦੇ ਮੁੰਡੇ ਕਈ ਸਾਲ ਸਿਆਸਤ ਹੰਢਾ ਚੁੱਕੇ ਵੱਡੇ ਲੀਡਰਾਂ ਨੂੰ ਹਰਾਉਣਗੇ। ਤੁਸੀਂ ਪੰਜਾਬ ਦੇ ਵੋਟਰ ਹੋ, ਜਿਹੜੇ ਵੀ ਪੰਜਾਬੀ ਸਾਨੂੰ ਸੁਣ ਰਹੇ ਨੇ, ਕਿ ਤੁਸੀਂ ਵੀ ਭਗਵੰਤ ਮਾਨ ਦੇ ਕਹੇ ਦੇ ਨਾਲ ਸਹਿਮਤ ਹੋ ਕਿ ਅਜਿਹਾ ਹੋ ਸਕਦਾ ਹੈ? ਸਹਿਮਤ ਹੋ ਯੈਸ ਜਾਂ ਹਾਂ ਲਿਖਿਓ, ਸਹਿਮਤ ਨਹੀਂ ਹੋ ਨੋ ਜਾਂ ਨਾ ਲਿਖਿਓ। ਖਬਰਾਂ ਵਿਸਤਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ। ਪੰਜਾਬ ਦੇ ਮੌਸਮ ਦੀ ਜੇ ਜਾਣਕਾਰੀ ਦੇ ਦਈਏ ਤਾਂ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਧੁੰਦ ਛਾਈ ਰਹੀ ਹੈ। ਵੀਰਵਾਰ ਦੇ ਦਿਨ ਇਹ ਮੌਸਮ ਦੇਖਣ ਨੂੰ ਮਿਲਿਆ, ਪਰ ਮੋਹਾਲੀ, ਚੰਡੀਗੜ੍ਹ ਤੇ ਹੋਰ ਇਲਾਕਿਆਂ ਦੇ ਵਿੱਚ ਧੁੱਪ ਨੇ ਵੀ ਆਪਣਾ ਮੁਖੜਾ ਦਿਖਾਇਆ ਹੈ। ਲੋਕ ਨਿੱਘੇ ਵੀ ਹੋਏ ਨੇ, ਧੁੱਪ ਸੇਕ ਕੇ ਵਧੀਆ ਜਿਹੜਾ ਦਿਨ ਹੈ ਉਹ ਲੱਗਿਆ ਹੈ। ਮੌਸਮ ਵਿਭਾਗ ਦੇ ਮੁਤਾਬਿਕ ਹਲੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੀ ਦਿੱਤੀ ਹੈ। ਪੰਜਾਬ ਦੇ ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਆਦਮਪੁਰ ਤੇ ਹਲਵਾਰਾ ਅਤੇ ਨਾਲ ਹੀ ਹਰਿਆਣਾ ਦੇ ਕਰਨਾਲ ਤੇ ਅੰਬਾਲਾ ਦੇ ਵਿੱਚ ਸਵੇਰੇ ਧੁੰਦ ਛਾਈ ਰਹੀ। ਹਾਲਾਂਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਵੀ ਧੁੰਦ ਦੀ ਚਾਦਰ ਸਵੇਰੇ ਦਿਖੀ, ਪਰ ਛੇਤੀ ਹੀ ਮੌਸਮ ਸਾਫ਼ ਹੋ ਗਿਆ ਸੀ। ਜੇ ਪਹਾੜੀ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਮੀਂਹ ਉੱਥੇ ਵੀ 2 ਦਿਨ ਪਹਿਲਾਂ ਹੀ ਬੰਦ ਹੋ ਗਿਆ ਸੀ। ਬਰਫ਼ਬਾਰੀ, ਸਨੋਫਾਲ ਵੀ ਬੰਦ ਹੋ ਗਈ ਸੀ, ਪਰ ਸਨੋ ਉੱਥੇ ਜੰਮੀ ਹੋਈ ਜ਼ਰੂਰ ਦੇਖ ਸਕਦੇ ਨੇ। ਸੈਲਾਨੀ ਉੱਥੇ ਲਗਾਤਾਰ ਜਾ ਰਹੇ ਨੇ, ਕਸ਼ਮੀਰ ਦੀਆਂ ਵਾਦੀਆਂ ਵਿੱਚ ਵੀ ਜਾ ਰਹੇ ਨੇ, ਹਿਮਾਚਲ ਵੱਲ ਵੀ ਜਾ ਰਹੇ ਨੇ। ਕਰੋਨਾ ਦੀ ਗੱਲ ਕਰ ਲਈਏ ਤਾਂ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਕਰੋਨਾ ਪਾਬੰਦੀਆਂ ਦੇ ਵਿੱਚ ਢਿੱਲ ਦੇ ਦਿੱਤੀ ਹੈ। ਪ੍ਰਸ਼ਾਸਨ ਦੇ ਤਾਜ਼ਾ ਹੁਕਮਾਂ ਦੇ ਮੁਤਾਬਿਕ 10ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ 1 ਫਰਵਰੀ ਤੋਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਚੰਡੀਗੜ੍ਹ ਦੇ ਵਿੱਚ, ਜਦਕਿ ਕਾਲਜ ਤੇ ਯੂਨੀਵਰਸਿਟੀਆਂ ਆਮ ਦੀ ਤਰ੍ਹਾਂ ਲੱਗਣੇ ਸ਼ੁਰੂ ਹੋ ਜਾਣਗੇ। ਚੰਡੀਗੜ੍ਹ ਦੀ ਸੁਖਨਾ ਝੀਲ ਵੀ ਹੁਣ ਆਮ ਲੋਕਾਂ ਦੇ ਲਈ ਖੋਲ ਦਿੱਤੀ ਗਈ ਹੈ। ਪਹਿਲਾਂ ਸਵੇਰੇ ਸ਼ਾਮ ਦੀ ਪਾਬੰਦੀ ਹੈ ਜਿਹੜੀ ਉਹ ਲਾਈ ਗਈ ਸੀ। ਮੰਡੀ, ਜਿਹੜੀ ਆਪਣੀ ਮੰਡੀ ਹੈ ਚੰਡੀਗੜ੍ਹ ਦੀ, ਉਹ ਤੇ ਵੀ ਪਾਬੰਦੀ ਹਟਾ ਦਿੱਤੀ ਗਈ ਹੈ। ਚੰਡੀਗੜ੍ਹ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ ਕਰੋਨਾ ਕੇਸਾਂ ਦੇ ਵਿੱਚ ਆਈ ਕਮੀ ਕਰਕੇ ਇਹ ਫੈਸਲਾ ਲਿਆ ਗਿਆ। ਹੁਣ ਚੰਡੀਗੜ੍ਹ ਦੇ ਜਿਮ ਅਤੇ ਹੈਲਥ ਸੈਂਟਰ ਵੀ ਖੁੱਲ ਜਾਣਗੇ, ਪਰ 50% ਸਮਰੱਥਾ ਨਾਲ ਤੇ ਰਾਤ ਨੂੰ ਸਿਰਫ 10 ਵਜੇ ਤੱਕ। ਕੋਚਿੰਗ ਸੈਂਟਰ ਨੇ, ਜਿਹੜੇ ਟਿਊਸ਼ਨ ਸੈਂਟਰ ਨੇ, ਉਹ ਵੀ 50% ਸਮਰੱਥਾ ਨਾਲ ਕਲਾਸਾਂ ਸ਼ੁਰੂ ਕਰ ਸਕਦੇ ਨੇ। ਪ੍ਰਸ਼ਾਸਨ ਦੇ ਨਵੇਂ ਹੁਕਮ 28 ਫਰਵਰੀ ਤੱਕ ਲਾਗੂ ਰਹਿਣਗੇ ਅਤੇ ਜਿਹੜੀਆਂ ਵੀ ਪਾਬੰਦੀਆਂ ਲਾਈਆਂ ਗਈਆਂ ਨੇ, ਉਹਨਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੇ ਸੈਕਸ਼ਨ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਚੰਡੀਗੜ੍ਹ ਤੋਂ ਬਾਅਦ ਜੇ ਆਪਾਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਮਹੱਤਵਪੂਰਨ ਫੈਸਲਾ ਲਿਆ ਹੈ। ਉੱਥੇ ਵੀ ਕਰੋਨਾ ਪਾਬੰਦੀਆਂ ਦੇ ਵਿੱਚ ਥੋੜੀ ਢਿੱਲ ਦੇ ਦਿੱਤੀ ਗਈ ਹੈ। ਵੀਕਐਂਡ ਦਾ ਕਰਫਿਊ ਹਟਾ ਦਿੱਤਾ ਗਿਆ ਹੈ, ਪਰ ਵਿਦਿਅਕ ਅਦਾਰੇ ਬੰਦ ਰਹਿਣਗੇ। ਸ਼ਨੀਵਾਰ ਤੇ ਐਤਵਾਰ ਦਾ ਕਰਫਿਊ ਹਟਾ ਦਿੱਤਾ ਗਿਆ, ਪਰ ਸਕੂਲ, ਕਾਲਜ ਬੰਦ ਰਹਿਣਗੇ। ਰਾਤ ਦਾ ਕਰਫਿਊ ਵੀ ਜਾਰੀ ਰਹੇਗਾ। ਸਿਨੇਮਾ ਘਰਾਂ ਤੇ ਰੈਸਟੋਰੈਂਟਸ ਨੂੰ 50% ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਵਿਆਹ ਸ਼ਾਦੀਆਂ ਦੇ ਵਿੱਚ ਮਹਿਮਾਨਾਂ ਦੀ ਗਿਣਤੀ ਦੀ ਉੱਪਰਲੀ ਹੱਦ 200 ਰਹੇਗੀ, ਯਾਨੀ ਕਿ 200 ਤੋਂ ਵੱਧ ਨਹੀਂ ਹੋ ਸਕਦੇ ਇਕੱਠੇ। ਦਿੱਲੀ ਸਰਕਾਰ ਨੇ ਆਫਤ ਪ੍ਰਬੰਧਨ ਅਥਾਰਟੀ ਦੀਆਂ ਕਰੋਨਾ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ। ਸਰਕਾਰ ਦੇ ਉੱਚ ਅਧਿਕਾਰੀਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਹੋਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਲੈਫਟੀਨੈਂਟ ਗਵਰਨਰ ਅਨਿਲ ਬੈਜਲ ਤੇ ਆਫਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਸਮੇਤ ਕਈ ਹੋਰ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਹਾਲਾਂਕਿ ਪਿਛਲੇ ਦਿਨੀ ਜਦੋਂ ਕੇਜਰੀਵਾਲ ਸਰਕਾਰ ਨੇ ਐਲਜੀ ਨੂੰ ਸਿਫਾਰਿਸ਼ ਭੇਜੀ ਸੀ ਕਿ ਕਰੋਨਾ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇ, ਵੀਕਐਂਡ ਕਰਫਿਊ ਹਟਾ ਦਿੱਤਾ ਜਾਵੇ, ਤਾਂ ਉਹਨਾਂ ਨੇ ਰੱਦ ਕਰ ਦਿੱਤਾ ਸੀ ਉਸ ਵਕਤ। ਪਰ ਹੁਣ ਜਿਹੜੀਆਂ ਸਰਕਾਰ ਨੇ ਪਾਬੰਦੀਆਂ 'ਚ ਢਿੱਲ ਦੇ ਦਿੱਤੀ ਹੈ। ਪੰਜਾਬ ਦੀ ਜੇ ਗੱਲ ਕਰ ਲਈਏ ਤਾਂ ਇੱਥੇ ਕਰੋਨਾ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਸੀ। ਸਕੂਲ, ਕਾਲਜ 31 ਜਨਵਰੀ ਤੱਕ ਬੰਦ ਰਹਿਣ ਦੇ ਹੁਕਮ ਹੀ ਲਾਗੂ ਕੀਤੇ ਗਏ ਨੇ। ਇਸੇ ਤਰ੍ਹਾਂ
ਚੋਣ ਕਮਿਸ਼ਨ ਨੇ ਜਿਹੜੀਆਂ ਪਾਬੰਦੀਆਂ ਲਾਈਆਂ ਨੇ ਉਹ ਵੱਖਰੀਆਂ ਨੇ, ਉਹ ਵੀ ਜਾਰੀ ਰਹਿਣਗੀਆਂ ਤੇ ਹੁਕਮਾਂ ਦੀ ਉਲੰਘਣਾ ਕਰਨ ਤੇ ਆਫਤ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51, 60 ਅਤੇ ਭਾਰਤੀ ਦੰਡ ਸੰਹਿਤਾ 1860 ਦੀਆਂ ਧਾਰਾਵਾਂ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਰੋਡ ਸ਼ੋਅ, ਪੈਦਲ ਯਾਤਰਾ, ਸਾਈਕਲ, ਬਾਈਕ, ਵਾਹਨ ਦੇ ਉੱਤੇ ਜਲੂਸ ਕੱਢਣ ਤੇ ਰੋਕ ਲਾ ਦਿੱਤੀ ਗਈ ਹੈ। 31 ਜਨਵਰੀ 2022 ਤੱਕ ਇੱਥੇ ਹੁਕਮ ਲਾਗੂ ਰਹਿਣਗੇ। ਘਰ ਘਰ ਪ੍ਰਚਾਰ ਮੁਹਿੰਮ ਦੀ ਹੱਦ ਵਧਾ ਦਿੱਤੀ ਗਈ ਹੈ। 5 ਦੀ ਥਾਂ ਹੁਣ 10 ਜਣੇ ਘਰ ਘਰ ਪ੍ਰਚਾਰ ਕਰ ਸਕਦੇ ਨੇ, ਡੋਰ ਟੂ ਡੋਰ ਕੈਂਪੇਨ ਕਰ ਸਕਦੇ ਨੇ। ਹੋਰ ਜਿਹੜੀਆਂ ਪਾਬੰਦੀਆਂ ਉਹ ਜਾਰੀ ਰਹਿਣਗੀਆਂ। ਸਿਆਸੀ ਪਾਰਟੀਆਂ ਵੱਧ ਤੋਂ ਵੱਧ 300 ਵਿਅਕਤੀ ਜਾਂ ਫਿਰ ਹਾਲ ਦੀ ਸਮਰੱਥਾ ਦੇ ਹਿਸਾਬ ਨਾਲ 50% ਇਕੱਠ ਹੀ ਕਰ ਸਕਦੇ ਨੇ। ਯੂਪੀ ਦੇ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਕੂਲਾਂ ਨੂੰ 15 ਫਰਵਰੀ ਤੱਕ ਬੰਦ ਰੱਖਣ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ, ਯਾਨੀ ਕਿ ਉੱਥੇ ਹਲੇ 20-22 ਦਿਨ ਸਕੂਲ ਹੋਰ ਬੰਦ ਰਹਿਣਗੇ। ਪਹਿਲਾਂ ਸਕੂਲਾਂ ਨੂੰ ਇੱਥੇ 30 ਜਨਵਰੀ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ। ਸੁਪਰੀਮ ਕੋਰਟ ਦੇ ਉਸ ਅਹਿਮ ਹੁਕਮ ਦੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਸਮੇਤ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਹੁਕਮ ਕੀਤਾ ਹੈ ਕਿ ਬਿਕਰਮ ਮਜੀਠੀਆ ਨੂੰ 31 ਜਨਵਰੀ ਤੱਕ ਗ੍ਰਿਫਤਾਰ ਨਾ ਕੀਤਾ ਜਾਵੇ, ਯਾਨੀ ਕਿ ਸੁਪਰੀਮ ਕੋਰਟ ਤੋਂ ਸੁਪਰੀਮ ਰਾਹਤ ਮਿਲੀ ਹੈ ਬਿਕਰਮ ਮਜੀਠੀਆ ਨੂੰ। 31 ਜਨਵਰੀ ਨੂੰ ਜਿਹੜੀ ਸੁਣਵਾਈ ਹੋਣੀ ਹੈ ਉਸ ਤੋਂ ਪਹਿਲਾਂ ਮਜੀਠੀਆ ਦੀ ਗ੍ਰਿਫਤਾਰੀ ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਪਹਿਲਾਂ ਇਹ ਰੋਕ 3 ਦਿਨਾਂ ਦੇ ਲਈ ਲਾਈ ਗਈ ਸੀ। ਚੀਫ ਜਸਟਿਸ ਐਨਵੀ ਰਾਮੰਨਾ, AS ਬੋਪੰਨਾ ਤੇ ਹਿਮਾ ਕੋਹਲੀ ਨੇ ਮਜੀਠੀਆ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਦੀ ਉਸ ਦਲੀਲ ਦਾ ਨੋਟਿਸ ਲਿਆ ਕਿ ਅਗਾਊਂ ਜ਼ਮਾਨਤ ਪਟੀਸ਼ਨ ਤੇ ਤੁਰੰਤ ਸੁਣਵਾਈ ਦੀ ਲੋੜ ਹੈ ਕਿਉਂਕਿ ਮੁਲਜ਼ਮ ਸਿਆਸੀ ਬਦਲਾਖੋਰੀ ਦਾ ਸਾਹਮਣਾ ਕਰ ਰਿਹਾ ਹੈ, ਯਾਨੀ ਕਿ ਸਿਆਸੀ ਬਦਲਾਖੋਰੀ ਇਸ ਕੇਸ ਨੂੰ ਦੱਸ ਕੇ ਵਿਕਰਮ ਮਜੀਠੀਆ ਅਦਾਲਤ ਦੀ ਸਿੰਪਥੀ ਲੈਣ ਦੇ ਵਿੱਚ ਕਾਮਯਾਬ ਹੋ ਗਏ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਾਲਾਂਕਿ 24 ਜਨਵਰੀ ਨੂੰ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਮਜੀਠੀਆ ਸੁਪਰੀਮ ਕੋਰਟ ਪਹੁੰਚੇ ਸਨ। ਡਰੱਗ ਕੇਸ ਦੇ ਵਿੱਚ FIR ਦਰਜ ਹੋਣ ਤੋਂ ਬਾਅਦ ਮਜੀਠੀਆ ਅਗਾਊਂ ਜ਼ਮਾਨਤ ਤੇ ਚੱਲ ਰਹੇ ਨੇ। ਜਦੋਂ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਜ਼ਮਾਨਤ ਅਰਜ਼ੀ ਤਾਂ ਫਿਰ 25 ਜਨਵਰੀ ਨੂੰ ਪੁਲਿਸ ਨੇ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ ਸੀ। ਅਦਾਲਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੁਣਵਾਈ ਹੋਈ ਹੈ ਉਸ ਦੀ ਥੋੜੀ ਜੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ। ਮਜੀਠੀਆ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਵਾਲਾ ਕੇਸ ਹੈ ਕਿਉਂਕਿ ਬਿਕਰਮ ਮਜੀਠੀਆ ਵਿਰੋਧੀ ਧਿਰ ਦੇ ਮੁੱਖ ਧਾਰਾ ਦੇ ਲੀਡਰ ਨੇ ਤੇ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਮਜੀਠੀਆ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਇਹ ਕੇਸ ਦਰਜ ਕੀਤਾ ਗਿਆ ਹੈ। ਤਾਂ ਫਿਰ ਚੀਫ ਜਸਟਿਸ ਰਾਮੰਨਾ ਨੇ ਕਿਹਾ ਸੀ ਕਿ ਪਤਾ ਨਹੀਂ ਇਹ ਚੋਣਾਂ ਦਾ ਬੁਖਾਰ ਹੈ ਜਾਂ ਫਿਰ ਚੋਣ ਵਾਇਰਸ। ਹਰ ਕੋਈ ਅਦਾਲਤ ਵੱਲ ਤੁਰਿਆ ਹੋਇਆ ਅਦਾਲਤ ਦਾ ਰੁਖ ਕਰ ਰਿਹਾ ਹੈ। ਸੋ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਸੋਮਵਾਰ ਤੱਕ ਕੋਈ ਕਦਮ ਨਾ ਚੁੱਕਣ ਲਈ ਕਿਹਾ ਜਦੋਂ ਤੱਕ ਉਹਨਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਗ੍ਰਿਫਤਾਰੀ ਨਹੀਂ ਹੋ ਸਕਦੀ। ਸੁਪਰੀਮ ਕੋਰਟ ਨੇ ਮਜੀਠੀਆ ਨੂੰ ਰਾਹਤ ਦਿੱਤੀ ਹੈ ਤਾਂ ਹਾਈ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਨੂੰ ਰਾਹਤ ਦਿੱਤੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਖਹਿਰਾ ਨੂੰ ਜ਼ਮਾਨਤ ਦਿੰਦਿਆਂ ਨਾਮਜ਼ਦਗੀਆਂ ਦਾਖਲ ਕਰਨ ਦੇ ਲਈ 31 ਜਨਵਰੀ ਤੱਕ ਇਜਾਜ਼ਤ ਦੇ ਦਿੱਤੀ ਸੀ ਤੇ ਉਸੇ ਦਿਨ ਹੀ ਵੀਰਵਾਰ ਨੂੰ ਹੀ ਹਾਈ ਕੋਰਟ ਨੇ ਵੀ ਜ਼ਮਾਨਤ ਦੇ ਦਿੱਤੀ। ਖਹਿਰਾ ਇਸ ਵਕਤ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ। ਉਹਨਾਂ ਦੇ ਖਿਲਾਫ ED ਦੇ ਵੱਲੋਂ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਖਹਿਰਾ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਹੋਈ ਸੀ। ਸੁਖਪਾਲ ਸਿੰਘ ਖਹਿਰਾ ਨੂੰ ED ਵੱਲੋਂ 11 ਨਵੰਬਰ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ ਪਰ ਉੱਥੇ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ, गिरफ्तार कर लिया गया। ईडी ने 7 साल पहला एक केस दर्ज किया सी। खैरा ते विदेशों तो चंदे के रूप च माया इकट्ठी करन दे दोष लगे सी। खैरा दे पिता भरपूर सिंह बलबीर तत्काली अकाली वजारत विच सिक्ख्या मंत्री रहे सी पर उन्होंने कांग्रेस पार्टी विच शामिल होकर काम करना शुरू कर दिता सी। इस्त्री अकाली दल की प्रधान ते SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਖਿਲਾਫ ਖਹਿਰਾ ਚੋਣ ਲੜਦੇ ਰਹੇ ਨੇ। ਪਿਛਲੀ ਵਾਰੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਜਿੱਤ ਗਏ ਸੀ, ਫਿਰ ਨਾਰਾਜ਼ ਹੋ ਕੇ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਵੀ ਬਣਾ ਲਈ ਸੀ। ਫਿਰ ਆਪਣੀ ਪਾਰਟੀ ਭੰਗ ਕਰਕੇ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਕਾਂਗਰਸ ਨੇ ਜੇਲ੍ਹ ਦੇ ਵਿੱਚ ਬੰਦ ਖਹਿਰਾ ਨੂੰ ਟਿਕਟ ਦਿੱਤੀ ਹੈ। ਸੋ ਖਹਿਰਾ ਜਿਹੜੇ ਕਰੀਬ 2.5 ਮਹੀਨਿਆਂ ਤੋਂ ਵੱਧ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੇ ਲਈ ਇਸ ਵਾਰੀ ਚੈਲੰਜ ਵੀ ਹੈ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ ਆਪਣੇ ਪਿਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਚ जुटे हुए ने। पूरा परिवार ही जुटिया होया है। प्यो जेल दे विच बैठा है, पुत प्रचार कर रहा है ते हुण इस सीट जित्ती जाऊगी जां नहीं, किस तरीके दे नाल जितना है, ये वड्डा चैलेंज है पूरे परिवार दे लई। भारत दे विच मनुखी अधिकारां नूं लैके चिंता प्रगटाई जांदी रहिंदी है। भारत विच रहिंदे बहुत सारे ਉਹ लोक बुद्धिजीवी पत्रकार जां होर लोक जिहड़े ह्यूमन राइट्स दे नाल कोई तलकात रखते ने, ਉਹ हमेशा चिंता प्रगट करते रहंदे ने कि भारत विच मनुखी अधिकारां दा किते ना किते घाण हुंदा रहिंदा है। ते हुण तां साबका राष्ट्रपति हामिद अंसारी ने भी चिंता प्रगट की है। अमरीकी संसद मैंबरां ने भी भारत विच
ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ਤੇ ਚਿੰਤਾ ਪ੍ਰਗਟਾਈ ਹੈ। ਅੰਸਾਰੀ ਅਤੇ ਕਈ ਅਮਰੀਕੀ ਸੰਸਥਾ ਨੇ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦੁਆਰਾ ਡਿਜੀਟਲ ਤੌਰ ਤੇ ਪੈਨਲ ਚਰਚਾ ਨੂੰ ਸੰਬੋਧਨ ਕੀਤਾ। ਹਾਲਾਂਕਿ ਭਾਰਤ ਵਿਦੇਸ਼ੀ ਸਰਕਾਰਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਦੇਸ਼ ਵਿੱਚ ਸਾਡੇ ਮੁਲਕ ਦੇ ਵਿੱਚ ਨਾਗਰਿਕ ਸੁਤੰਤਰਤਾ ਖਤਮ ਹੋਣ ਦੇ ਦੋਸ਼ਾਂ ਨੂੰ ਨਕਾਰਦਾ ਰਹਿੰਦਾ ਹੈ। ਭਾਰਤ ਸਰਕਾਰ ਇਹਨਾਂ ਦੋਸ਼ਾਂ ਨੂੰ ਹਮੇਸ਼ਾ ਖਾਰਜ ਕਰਦੀ ਹੈ। ਪਰ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਐਡ ਮਾਰਕ ਨੇ ਕਿਹਾ ਕਿ ਅਜਿਹਾ ਮਾਹੌਲ ਬਣਾਇਆ ਗਿਆ ਜਿੱਥੇ ਭੇਦਭਾਵ ਤੇ ਹਿੰਸਾ ਜੜ ਫੜ ਸਕਦੀ ਹੈ। ਹਾਲ ਹੀ ਦੇ ਸਾਲਾਂ ਵਿੱਚ ਅਸੀਂ ਨਫ਼ਰਤ ਭਰੇ ਭਾਸ਼ਣ ਅਤੇ ਨਫ਼ਰਤ ਦੀਆਂ ਕਾਰਵਾਈਆਂ ਦੇ ਵਿੱਚ ਆਨਲਾਈਨ ਵਾਧਾ ਦੇਖਿਆ ਹੈ। ਇਹਨਾਂ ਦੇ ਵਿੱਚ ਮਸੀਤਾਂ ਦੀ ਭੰਨ-ਤੋੜ, ਗਿਰਜਾ ਘਰਾਂ ਨੂੰ ਸਾੜਨਾ ਤੇ ਫਿਰਕੂ ਹਿੰਸਾ ਸ਼ਾਮਿਲ ਨੇ। ਭਾਰਤ ਦੇ DCGI ਯਾਨੀ ਕਿ ਡਰੱਗਸ ਕੰਟਰੋਲਰ ਜਨਰਲ ਨੇ ਬਾਲਗਾਂ ਨੂੰ ਐਂਟੀ ਕੋਵਿਡ-19 ਟੀਕੇ ਲਾਉਣ ਲਈ ਕੋਵਿਸ਼ੀਲਡ ਅਤੇ ਕੋਵੈਕਸਿਨ ਟੀਕਿਆਂ ਦੀ ਨਿਯਮਿਤ ਮਾਰਕੀਟ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯਾਨੀ ਕਿ ਹੁਣ ਕੋਵਿਸ਼ੀਲਡ ਅਤੇ ਕੋਵੈਕਸਿਨ ਕਰੋਨਾ ਦੇ ਜਿਹੜੇ ਟੀਕੇ ਹੈਗੇ ਨੇ ਉਹ ਹੁਣ ਬਾਜ਼ਾਰ ਦੇ ਵਿੱਚੋਂ ਵੀ ਤੁਹਾਨੂੰ ਮਿਲਣਗੇ। ਮਨਜ਼ੂਰੀ ਹੈ ਜਿਹੜੀ ਨਵੇਂ ਡਰੱਗਸ ਅਤੇ ਕਲੀਨਿਕਲ ਟ੍ਰਾਇਲ ਨਿਯਮਾਂ ਦੇ ਤਹਿਤ 2019 ਦੇ ਤਹਿਤ ਇਹ ਦਿੱਤੀ ਗਈ ਹੈ। ਹਾਲਾਂਕਿ ਇਹ ਬੜੇ ਸੋਚਣ ਵਾਲੀ ਗੱਲ ਹੈ ਕਿ ਜੇ ਕਰੋਨਾ ਦੇ ਟੀਕੇ ਇਸ ਤਰ੍ਹਾਂ ਬਾਜ਼ਾਰ ਦੇ ਵਿੱਚ ਮਿਲਣਗੇ ਤਾਂ ਕੀ ਲੋਕਾਂ ਨੂੰ ਸਰਟੀਫਿਕੇਟ ਵੀ ਮਿਲੇਗਾ? ਉਹ ਕਿਸ ਤਰੀਕੇ ਦੇ ਨਾਲ ਟੀਕੇ ਲਵਾਉਣਗੇ? ਕਿ ਆਪਣੇ ਆਪ ਤਾਂ ਨਹੀਂ ਲੋਕ ਟੀਕੇ ਲਾਉਣ ਲੱਗ ਜਾਣਗੇ? ਕਿ 2 ਤੋਂ ਵੱਧ ਟੀਕੇ ਤਾਂ ਨਹੀਂ ਲਾਉਣ ਲੱਗ ਜਾਣਗੇ? ਸੋ ਇਸ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੁੰਦੇ ਨੇ। ਪਰ ਹੁਣ DCGI ਨੇ ਇਹ ਇਜਾਜ਼ਤ ਦੇ ਦਿੱਤੀ ਹੈ ਕਿ ਭਾਰਤ ਦੇ ਬਾਜ਼ਾਰਾਂ ਦੇ ਵਿੱਚ ਕੋਵਿਸ਼ੀਲਡ ਅਤੇ ਕੋਵੈਕਸਿਨ ਟੀਕਾ ਮਿਲਿਆ ਕਰੂਗਾ। ਪਿਛਲੇ ਦਿਨੀ PLA ਯਾਨੀ ਕਿ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਸਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਲੜਕੇ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਸੀ ਤੇ ਹੁਣ ਜਾਣਕਾਰੀ ਮਿਲੀ ਹੈ ਕਿ ਲਾਪਤਾ ਲੜਕੇ ਨੂੰ ਭਾਰਤੀ ਫੌਜ ਨੂੰ ਸੌਂਪ ਦਿੱਤਾ ਗਿਆ ਜਿਹੜਾ ਕਿ ਅਰੁਣਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇਸ ਗੱਲ ਦੀ ਪੁਸ਼ਟੀ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕੀਤੀ ਹੈ। ਹਾਕੀ ਦੇ ਮਹਾਨ ਖਿਡਾਰੀ ਚਰਨਜੀਤ ਸਿੰਘ ਜਿਨ੍ਹਾਂ ਦੀ ਕਪਤਾਨੀ ਦੇ ਵਿੱਚ ਭਾਰਤੀ ਹਾਕੀ ਟੀਮ ਨੇ 1964 ਟੋਕੀਓ ਸਮਰ ਓਲੰਪਿਕਸ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ, ਉਹਨਾਂ ਦਾ ਦੇਹਾਂਤ ਹੋ ਗਿਆ। ਵੀਰਵਾਰ ਨੂੰ ਉਹਨਾਂ ਨੇ ਆਖਰੀ ਵਿਦਾਈ ਲਈ ਹੈ ਤੇ ਉਹਨਾਂ ਦੇ ਦੇਹਾਂਤ ਤੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ। ਉਧਰ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਵੀ ਅਕਾਲ ਚਲਾਣਾ ਕਰ ਗਏ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟਾਇਆ ਹੈ। ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਂਦਿਆਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ ਦੇ ਲਈ ਅਰਦਾਸ ਕੀਤੀ ਹੈ। ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਨਜ਼ਰਬੰਦ ਨੇ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਰਾਜੋਆਣਾ ਨੂੰ 15 ਸਾਲ ਪਹਿਲਾਂ 8 ਹੋਰ ਦੋਸ਼ੀਆਂ ਸਮੇਤ ਸਜ਼ਾ ਸੁਣਾਈ ਸੀ। ਰਾਜੋਆਣਾ ਖਿਲਾਫ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਧਮਾਕੇ ਵਿੱਚ ਕਤਲ ਕਰਨ ਦਾ ਦੋਸ਼ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਮਾਮਲੇ ਦੀ ਗੱਲ ਕਰ ਲਈਏ ਤਾਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਟਵਿੱਟਰ ਤੇ ਇੱਕ ਮੁਹਿੰਮ ਚਲਾਈ ਗਈ। 27 ਜਨਵਰੀ ਨੂੰ ਇਹ ਮੁਹਿੰਮ ਚਲਾਈ ਗਈ ਹੈ। ਇਹਦਾ ਹੈਸ਼ਟੈਗ ਹੈ ਕੇਜਰੀਵਾਲ ਰਿਲੀਜ਼ ਭੁੱਲਰ ਨਾਓ। ਇਸ ਹੈਸ਼ਟੈਗ ਦੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਟਵੀਟ ਕਰਨ ਦੀ ਅਪੀਲ ਕੀਤੀ ਗਈ। ਲੋਕ ਟਵੀਟ ਕਰਨ ਦੇ ਲਈ ਸਿੱਖ ਸਿਆਸਤ ਜਸਪਾਲ ਸਿੰਘ ਮੰਚਪੁਰ ਅਤੇ ਪਰਮਜੀਤ ਸਿੰਘ ਗਾਜ਼ੀ ਦੇ ਟਵਿੱਟਰ ਖਾਤਿਆਂ ਤੋਂ ਪ੍ਰੋਫੈਸਰ ਭੁੱਲਰ ਦੀਆਂ ਤਸਵੀਰਾਂ ਵੀ ਲੈ ਸਕਦੇ ਨੇ। ਇਹ ਅਪੀਲ ਹੈ ਜਿਹੜੀ ਉਹ ਸਿੱਖ ਸਿਆਸਤ ਪਲੇਟਫਾਰਮ ਦੇ ਵੱਲੋਂ ਕੀਤੀ ਗਈ ਤੇ 27 ਜਨਵਰੀ ਨੂੰ ਚੱਲੀ ਇਸ ਮੁਹਿੰਮ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਹੈਸ਼ਟੈਗ ਦੀ ਵਰਤੋਂ ਕਰਦਿਆਂ ਅਣਗਿਣਤ ਟਵੀਟ ਕੀਤੇ। ਇੱਕ ਨੌਜਵਾਨ ਲੜਕੀ ਜਸ ਕੌਰ ਨੇ ਪ੍ਰੋਫੈਸਰ ਭੁੱਲਰ ਦੀ ਉਹਨਾਂ ਦੀ ਪਤਨੀ ਦੇ ਨਾਲ ਤਸਵੀਰ ਨੂੰ ਸਾਂਝਾ ਕਰਦਿਆਂ ਟਵੀਟ ਕੀਤਾ ਕਿ ਭੁੱਲਰ ਦੀ ਪਤਨੀ 26 ਸਾਲ ਤੋਂ ਵੱਧ ਸਮੇਂ ਤੋਂ ਆਪਣੇ ਪਤੀ ਦੀ ਰਿਹਾਈ ਦੀ ਉਡੀਕ ਕਰ ਰਹੀ ਹੈ। ਕੇਜਰੀਵਾਲ ਨੂੰ ਜਲਦੀ ਹੀ ਭੁੱਲਰ ਦੀ ਰਿਹਾਈ ਦੇ ਪੇਪਰਾਂ ਤੇ ਦਸਤਖਤ ਕਰਨੇ ਚਾਹੀਦੇ ਨੇ ਤਾਂ ਜੋ ਉਹਨਾਂ ਦੀ ਛੇਤੀ ਰਿਹਾਈ ਹੋ ਸਕੇ। 1995 ਤੋਂ 2022 ਤੱਕ ਉਹਨਾਂ ਦੇ ਨਾਲ ਨਾ ਇਨਸਾਫੀ ਹੋਈ ਹੈ। ਜਸ ਕੌਰ ਨੇ ਕਿਹਾ ਕਿ ਸਾਨੂੰ ਲਗਾਤਾਰ ਇਹ ਟਵੀਟ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੇਜਰੀਵਾਲ ਤੇ ਭੁੱਲਰ ਦੀ ਰਿਹਾਈ ਲਈ ਦਬਾਅ ਬਣਾਇਆ ਜਾਵੇ ਕਿਉਂਕਿ 26 ਸਾਲ ਜੇਲ੍ਹ ਵਿੱਚ ਰਹਿਣ ਦਾ ਬਹੁਤ ਲੰਬਾ ਸਮਾਂ। ਸੋ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਟਵਿੱਟਰ ਯੂਜ਼ਰ ਹੈਗੇ ਨੇ ਉਹਨਾਂ ਨੇ ਟਵੀਟ ਕੀਤੇ ਨੇ। ਇਸ ਮੁਹਿੰਮ ਦੇ ਵਿੱਚ ਲੋਕ ਵੱਧ ਚੜ ਕੇ ਹਿੱਸਾ ਪਾਉਂਦੇ ਦੇਖੇ ਗਏ। ਬੁਲੇਟਿਨ ਦੇ ਵਿੱਚ ਇਲੈਕਸ਼ਨ ਅਪਡੇਟਸ ਦੀ ਗੱਲ ਕਰ ਲੈਂਦੇ ਹਾਂ ਤੇ ਵੀਰਵਾਰ ਦੀ ਸਭ ਤੋਂ ਵੱਡੀ ਇਲੈਕਸ਼ਨ ਅਪਡੇਟ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਰਿਹਾ। ਚੋਣਾਂ ਦੇ ਭਖੇ ਮਾਹੌਲ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਪਹੁੰਚੇ। ਸਭ ਤੋਂ ਪਹਿਲਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਉਹਨਾਂ ਨੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ। ਗੁਰੂ ਰਾਮਦਾਸ ਲੰਗਰ ਦੀ ਪੰਗਤ ਵਿੱਚ ਬਹਿ ਕੇ ਲੰਗਰ ਵੀ ਛਕਿਆ। ਰਾਹੁਲ ਗਾਂਧੀ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਗ੍ਰਹਿ ਮੰਤਰੀ ਸੁਖਚਿੰਦਰ ਸਿੰਘ ਰੰਧਾਵਾ, OP ਸੋਨੀ ਤੇ ਕਈ ਹੋਰ ਕਾਂਗਰਸੀ ਮੌਜੂਦ ਸਨ। ਕਈ ਇਹਨਾਂ ਵੱਡੇ ਲੀਡਰਾਂ ਦੇ ਨਾਲ ਕਾਂਗਰਸ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰ ਅਤੇ ਸਾਰੇ 117 ਹਲਕਿਆਂ ਦੇ ਲੀਡਰ ਵੀ ਪਹੁੰਚੇ ਹੋਏ ਸੀ।
ਰਾਹੁਲ ਗਾਂਧੀ ਦੇ ਸਵਾਗਤ ਦੇ ਲਈ ਬੱਸਾਂ ਭਰ ਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ। ਜੋਸ਼ ਵਿੱਚ ਆਏ ਕਾਂਗਰਸੀ ਲੀਡਰਾਂ ਨੇ ਆਪਣੇ ਕੌਮੀ ਅਕਾਵਾਂ ਦੇ ਵਿੱਚੋਂ ਇੱਕ ਰਾਹੁਲ ਗਾਂਧੀ ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਚੋਣਾਂ ਦੇ ਐਲਾਨ ਤੋਂ ਬਾਅਦ ਰਾਹੁਲ ਗਾਂਧੀ ਦਾ ਇਹ ਪਹਿਲਾ ਪੰਜਾਬ ਦੌਰਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਬਾਅਦ ਰਾਹੁਲ ਗਾਂਧੀ ਦਾ ਪ੍ਰੋਗਰਾਮ ਜਲੰਧਰ ਦੇ ਵਿੱਚ ਵਰਚੁਅਲ ਫਤਿਹ ਰੈਲੀ ਨੂੰ ਸੰਬੋਧਨ ਕਰਨਾ ਸੀ। ਪੂਰੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਦਬਾਅ ਦੇ ਵਿੱਚ ਰਾਹੁਲ ਗਾਂਧੀ ਕਾਂਗਰਸ ਦੇ ਸੀਐਮ ਚਿਹਰੇ ਦਾ ਉਮੀਦਵਾਰ ਵੀ ਐਲਾਨ ਸਕਦੇ ਨੇ। ਖਾਸ ਗੱਲ ਦੇਖਣ ਨੂੰ ਮਿਲੀ ਕਿ ਕਾਂਗਰਸ ਦੇ ਲੀਡਰਾਂ ਨੇ ਬੱਸਾਂ ਦੀ ਵਰਤੋਂ ਕੀਤੀ। ਆਪਣੇ ਆਪ ਨੂੰ ਬਹੁਤ ਹੀ ਸਿੰਪਲ ਸਾਦੇ ਦਰਸਾਉਣ ਦੇ ਲਈ ਸਾਦੀਆਂ ਜੀਆਂ ਬੱਸਾਂ ਦੇ ਵਿੱਚ ਬਹਿ ਕੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਪਹਿਲਾਂ ਅੰਮ੍ਰਿਤਸਰ ਪਹੁੰਚੇ, ਫਿਰ ਅੰਮ੍ਰਿਤਸਰ ਤੋਂ ਜਲੰਧਰ ਪਹੁੰਚੇ। ਅੰਮ੍ਰਿਤਸਰ ਤੋਂ ਜਲੰਧਰ ਦੇ ਸਫ਼ਰ ਦੇ ਵਿੱਚ ਰਾਹੁਲ ਗਾਂਧੀ ਵੀ ਉਹਨਾਂ ਦੇ ਨਾਲ ਸਨ ਤੇ ਪੂਰਾ ਸਮਾਂ ਸਾਨੂੰ ਦੇਖਣ ਨੂੰ ਮਿਲਿਆ ਕਿ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਇਗਨੋਰ ਕੀਤਾ ਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ। ਹਾਲਾਂਕਿ ਤਸਵੀਰਾਂ ਬੋਲਦੀਆਂ ਨੇ ਕਿ ਜਦੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਉਤਰ ਕੇ ਰਾਹੁਲ ਗਾਂਧੀ ਗੱਡੀ ਦੇ ਵਿੱਚ ਬਹਿ ਕੇ ਦਰਬਾਰ ਸਾਹਿਬ ਪਹੁੰਚੇ ਤਾਂ ਇੱਕੋ ਗੱਡੀ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਸਨ। ਉਦੋਂ ਤਿੰਨੋਂ ਲੀਡਰ ਇਕੱਠੇ ਗਏ ਨੇ ਤੇ ਉਸ ਤੋਂ ਬਾਅਦ ਬੱਸ ਦੇ ਵਿੱਚ ਕਹਿੰਦੇ ਕੋਈ ਖਾਸ ਗੱਲਬਾਤ ਨਹੀਂ ਕੀਤੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਵਿੱਚ ਵੀ ਪਹੁੰਚੇ, ਮੱਥਾ ਟੇਕਿਆ। ਇਸ ਦੇ ਨਾਲ ਹੀ ਉਹਨਾਂ ਨੇ ਜਲਿਆਂਵਾਲਾ ਬਾਗ ਵਿੱਚ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਮੌਕੇ ਬੜੀ ਖਾਸ ਗੱਲ ਦੇਖਣ ਨੂੰ ਮਿਲੀ ਕਿ ਬੱਸ ਵਿੱਚ ਜਾਂਦੇ ਉਮੀਦਵਾਰਾਂ ਦੇ ਨਾਲ ਜਦੋਂ ਮੀਡੀਆ ਕਰਮੀ ਪੱਤਰਕਾਰ ਗੱਲਬਾਤ ਕਰ ਰਹੇ ਸਨ ਤਾਂ ਜ਼ਿਆਦਾਤਰ ਕਾਂਗਰਸ ਦੇ ਲੀਡਰਾਂ ਨੇ ਚਰਨਜੀਤ ਸਿੰਘ ਚੰਨੀ ਦੇ ਨਾਮ ਦੀ ਹਾਮੀ ਭਰੀ। ਇਨਡਾਇਰੈਕਟਲੀ ਉਹਨਾਂ ਨੇ ਉਹ ਇਹ ਕਹਿੰਦੇ ਦੇਖੇ ਗਏ ਕਿ ਸਾਡੀ ਜਿਹੜੀ ਅਗਲੀ ਸਰਕਾਰ ਹੈ ਪੰਜਾਬ ਦੇ ਵਿੱਚ ਉਹ ਕਾਂਗਰਸ ਦੀ ਬਣੇਗੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਬਣੇਗੀ। ਇਸੇ ਦੇ ਨਾਲ ਹੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਕਾਂਗਰਸ ਦੇ ਕੋਲ ਸੀਐਮ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਨੇ, ਮੌਜੂਦਾ ਮੁੱਖ ਮੰਤਰੀ ਵੀ ਨੇ ਤੇ ਕਾਂਗਰਸ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਸੀਐਮ ਚੁਣੇਗੀ। ਯਾਨੀ ਕਿ ਉਹਨਾਂ ਨੇ ਵੀ ਕਿਤੇ ਨਾ ਕਿਤੇ ਇਨਡਾਇਰੈਕਟਲੀ ਚੰਨੀ ਦੇ ਨਾਮ ਤੇ ਸਹਿਮਤੀ ਜਤਾਈ। ਇੱਕ ਹੋਰ ਬੜੀ ਖਾਸ ਗੱਲ ਦੇਖਣ ਨੂੰ ਮਿਲੀ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਕਿ ਸੂਬੇ ਦੇ 5 ਕਾਂਗਰਸੀ ਸੰਸਦ ਮੈਂਬਰ ਗੈਰ ਹਾਜ਼ਰ ਕਿਉਂ ਰਹੇ। ਕੀ 5 ਲੋਕ ਸਭਾ ਮੈਂਬਰਾਂ ਨੇ ਬਾਈਕਾਟ ਕੀਤਾ। ਨਵੀਂ ਸਿਆਸੀ ਚਰਚਾ ਛਿੜੀ ਕਿ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰ ਉਹ ਰਾਹੁਲ ਗਾਂਧੀ ਦੇ ਨਾਲ ਸਨ, ਸਾਰੇ ਕਿਤੇ ਨਾਲ ਰਹੇ, ਪਰ ਜਿਹੜੇ ਐਮਪੀ ਹੈਗੇ ਨੇ ਉਹ ਸਿਰਫ ਇੱਕੋ ਇੱਕ ਸੀਗੇ। ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਕੱਲੇ ਕਾਂਗਰਸ ਦੇ ਇਹੀ ਐਮਪੀ ਹਾਜ਼ਰ ਹੋਏ, ਬਾਕੀ ਸਾਰੇ ਗੈਰ ਹਾਜ਼ਰ ਦਿਖੇ ਤੇ ਗੈਰ ਹਾਜ਼ਰੀ ਦੀ ਚਰਚਾ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਗਿੱਲ ਦੇ ਟਵੀਟ ਕਰਕੇ ਵੀ ਹਵਾ ਮਿਲੀ। ਉਹਨਾਂ ਨੇ ਮਾਯੂਸੀ ਦਾ ਪ੍ਰਗਟਾਵਾ ਕੀਤਾ। ਇਹ ਗੱਲ ਵੱਖਰੀ ਹੈ ਕਿ ਜਸਬੀਰ ਸਿੰਘ ਗਿੱਲ ਨੇ ਟਵੀਟ ਕਰਕੇ ਗੈਰ ਹਾਜ਼ਰੀ ਦਾ ਕਾਰਨ ਨਿੱਜੀ ਰੁਝੇਵਿਆਂ ਨੂੰ ਬਾਅਦ ਵਿੱਚ ਕਹਿ ਦਿੱਤਾ। ਪਹਿਲਾਂ ਜਸਬੀਰ ਗਿੱਲ ਨੇ ਟਵੀਟ ਕੀਤਾ ਸੀ ਕਿ ਜਦੋਂ ਵਫਾਦਾਰੀ, ਮਿਹਨਤ ਅਤੇ ਇਮਾਨਦਾਰੀ ਤੇ ਰੋਕੜ ਭਾਰੀ ਪਵੇ ਤੇ ਉਸ ਪਾਰਟੀ ਦਾ ਕੀ ਕਰਨਾ ਚਾਹੀਦਾ ਹੈ। ਜਦੋਂ ਫਿਰ ਮੀਡੀਆ ਦੇ ਵਿੱਚ ਗੱਲਾਂ ਫੈਲੀਆਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗੈਰ ਹਾਜ਼ਰੀ ਦਾ ਕਾਰਨ ਨਿੱਜੀ ਰੁਝੇਵਿਆਂ ਨੂੰ ਦੱਸਿਆ ਸੀ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੀਐਮ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੁੜ ਪ੍ਰੈਸ ਕਾਨਫਰੰਸ ਕੀਤੀ ਅਤੇ ਦਾਅਵਾ ਕੀਤਾ ਕਿ ਐਤਕੀ ਵੋਟਾਂ ਦੇ ਵਿੱਚ ਆਮ ਘਰਾਂ ਦੇ ਮੁੰਡੇ ਕਈ ਸਾਲ ਸਿਆਸਤ ਹੰਢਾ ਚੁੱਕੇ ਲੀਡਰਾਂ ਨੂੰ ਹਰਾ ਦੇਣਗੇ। ਭਗਵੰਤ ਮਾਨ ਨੇ ਚੋਣਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਕਿ ਇਸ ਵਾਰੀ ਚੋਣਾਂ ਦੇ ਵਿੱਚ ਪੰਜਾਬ ਦੇ ਆਮ ਘਰਾਂ ਦੇ ਬੱਚੇ 30 35 ਸਾਲ ਸਿਆਸਤ ਹੰਢਾ ਚੁੱਕੇ ਲੀਡਰਾਂ ਨੂੰ ਹਰਾਉਣਗੇ। ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਆਮ ਘਰ ਦੇ ਮੁੰਡੇ ਯਾਨੀ ਕਿ ਮੈਨੂੰ ਮੌਕਾ ਦਿੱਤਾ ਹੈ ਤੇ ਲੋਕਾਂ ਨੇ ਚੋਣਾਂ ਦੇ ਵਿੱਚ ਮੈਨੂੰ ਹਮੇਸ਼ਾ ਜਿਤਾਇਆ ਹੈ। ਮਾਨ ਨੇ ਕਿਹਾ ਕਿ ਇਸ ਵਾਰੀ ਇੱਕ ਪਾਸੇ ਬਹੁਤ ਹੀ ਅਰਬਪਤੀ ਧਨਾੜ ਨੇ ਤੇ ਸਾਡੇ ਵੱਲੋਂ ਆਮ ਘਰਾਂ ਦੇ ਉਮੀਦਵਾਰ ਨੇ। ਮਾਨ ਨੇ ਅੰਮ੍ਰਿਤਸਰ ਪੂਰਬੀ ਹਲਕੇ ਦੀ ਗੱਲ ਵੀ ਕੀਤੀ ਜਿੱਥੇ ਸਿੱਧੂ ਤੇ ਮਜੀਠੀਆ ਦਾ ਪੇਚਾ ਪਿਆ ਹੈ। ਉਹਨਾਂ ਨੇ ਕਿਹਾ ਕਿ ਕੱਲ ਇੱਕ ਹੋਰ ਸੀਟ ਹੌਟ ਹੋ ਗਈ ਜਦੋਂ ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਦੇ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ। ਮਾਨ ਨੇ ਦੋਵਾਂ ਤੋਂ ਸਵਾਲ ਪੁੱਛਿਆ, ਕਿਹਾ ਕਿ ਲਗਭਗ 14.5 ਸਾਲਾਂ ਤੋਂ ਨਵਜੋਤ ਸਿੱਧੂ ਪਾਵਰ ਦੇ ਵਿੱਚ ਨੇ ਪਰ ਉਹ ਵਿਵਹਾਰ ਇਵੇਂ ਦਾ ਕਰਦੇ ਨੇ ਜਿਵੇਂ ਉਹ ਵਿਰੋਧੀ ਧਿਰ ਦੇ ਵਿੱਚ ਹੋਣ। ਹਰ ਵਾਰੀ ਕਹਿੰਦੇ ਨੇ ਪੰਜਾਬ ਜਿੱਤੂਗਾ। ਉਹਨਾਂ ਨੇ ਪੁੱਛਿਆ ਕਿ ਪੰਜਾਬ ਦੱਸੋ ਹਾਰਿਆ ਕਦੋਂ ਸੀ। ਵਿਕਰਮ ਮਜੀਠੀਆ ਤੇ ਵੀ ਨਿਸ਼ਾਨਾ ਕੱਸਿਆ। ਭਗਵੰਤ ਨੇ ਕਿਹਾ ਕਿ ਦੂਸਰੇ ਪਾਸੇ ਜਿਨ੍ਹਾਂ ਤੇ ਨਸ਼ਿਆਂ ਦੇ ਇਲਜ਼ਾਮ ਲੱਗਦੇ ਨੇ ਉਹਨਾਂ ਨੇ ਵੀ ਸੱਤਾ ਭੋਗੀ। ਇਹਨਾਂ ਦੇ ਨਾਲ ਟੱਕਰ ਲੈਣ ਲਈ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਪੜ੍ਹੀ ਲਿਖੀ ਕੁੜੀ ਡਾਕਟਰ ਜੀਵਨਜੋਤ ਕੌਰ ਨੂੰ ਖੜਾ ਕੀਤਾ ਹੈ। ਇਹ ਦੋਵੇਂ ਇੱਕ ਦੂਸਰੇ ਦੇ ਖਿਲਾਫ ਦੂਸ਼ਣਬਾਜ਼ੀ ਕਰਦੇ ਰਹਿੰਦੇ ਨੇ ਪਰ ਸਾਡੀ ਉਮੀਦਵਾਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਅਸੀਂ ਵਿਕਾਸ ਵਾਲੀ ਸਿਆਸਤ ਕਰਨੀ ਹੈ। ਭਗਵੰਤ ਮਾਨ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਕੀ ਇਤਿਹਾਸ ਹੈ। ਆਮ ਆਦਮੀ ਪਾਰਟੀ ਕਾਂਗਰਸੀਆਂ ਤੇ ਅਕਾਲੀਆਂ ਦੇ ਨਾਲੋਂ ਕਿਵੇਂ ਵੱਖਰੀ ਹੈ। ਆਪਣੀ ਪਾਰਟੀ ਦੇ ਸੋਲੇ ਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ। ਸੋ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰ ਜਿਹੜੇ ਨੇ ਉਹ ਇਸ ਵਾਰ ਬੜੇ ਬੜੇ ਧਨਾੜਾਂ ਨੂੰ ਹਰਾਉਣਗੇ ਤੇ ਇਹ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ
ਕਿ ਪੰਜਾਬ ਦੇ ਵਿੱਚ 2022 ਚ ਜਿਹੜੀ ਚੋਣ ਹੋਈ ਉਹਦੇ ਵਿੱਚ ਜਿਹੜੇ ਸੀਜ਼ਨਲ ਪੋਲੀਟੀਸ਼ੀਅਨ ਕਹਾਉਂਦੇ ਸੀ ਆਪਣੇ ਆਪ ਨੂੰ, ਜਿਨ੍ਹਾਂ ਦੇ 40-40 50-50 ਸਾਲ ਦੀ ਰਾਜਨੀਤੀ ਹੋ ਗਈ, ਜਿਨ੍ਹਾਂ ਦੀ ਉਹਨਾਂ ਨੂੰ 30-30 35-35 ਸਾਲ ਦੇ ਜਵਾਕਾਂ ਨੇ ਹਰਾਇਆ। ਚੋਣ ਖਬਰਾਂ ਦਰਮਿਆਨ ਬਠਿੰਡਾ ਤੋਂ ਇੱਕ ਖਬਰ ਹੈ, ਜਿੱਥੇ ਬਠਿੰਡਾ ਅਧੀਨ ਪੈਂਦੇ ਕਸਬਾ ਰਾਮਪੁਰਾ ਫੂਲ ਦੇ ਵਿੱਚ ਬੁੱਧਵਾਰ ਦੀ ਸ਼ਾਮ ਨੂੰ ਅਕਾਲੀ ਤੇ ਕਾਂਗਰਸੀ ਸਮਰਥਕ ਆਪਸ ਦੇ ਵਿੱਚ ਉਲਝ ਗਏ ਤੇ ਇਹ ਉਸ ਵਕਤ ਵਾਪਰਿਆ ਜਦੋਂ ਇੱਕ ਸਥਾਨਕ ਵੈਬ ਚੈਨਲ ਦੇ ਵੱਲੋਂ ਸਿਆਸੀ ਦਲਾਂ ਦੀ ਬਹਿਸ ਕਰਵਾਈ ਜਾ ਰਹੀ ਸੀ। 2 ਵਿਅਕਤੀ ਜ਼ਖਮੀ ਵੀ ਹੋ ਗਏ। ਬਹਿਸਬਾਜ਼ੀ ਜਿਹੜੀ ਹੁੰਦੀ ਹੈ टीवी चैनल ਦੇ ਉੱਤੇ ਉਸ ਦਰਮਿਆਨ ਜ਼ਖਮੀ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਬੀਜੇਪੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ 27 ਉਮੀਦਵਾਰਾਂ ਦੀ ਆਪਣੀ ਦੂਸਰੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਤੇ ਦੂਸਰੀ ਸੂਚੀ ਦੇ ਵਿੱਚ ਕਈ ਇਹੋ ਜਿਹੇ ਚਿਹਰੇ ਨੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਰੁੱਸ ਕੇ ਆਏ ਹੋਏ ਨੇ। ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸੀ ਰਾਜਪੁਰਾ ਦੇ ਨੌਜਵਾਨ ਜਗਦੀਸ਼ ਕੁਮਾਰ ਜੱਗਾ ਤੇ ਹੁਣ ਪੰਜਾਬ ਲੋਕ ਕਾਂਗਰਸ ਦੇ ਵਿੱਚੋਂ ਛੜੱਪਾ ਮਾਰ ਕੇ ਇਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਬੀਜੇਪੀ ਨੇ ਰਾਜਪੁਰਾ ਤੋਂ ਟਿਕਟ ਦੇ ਦਿੱਤੀ ਹੈ ਜਗਦੀਸ਼ ਕੁਮਾਰ ਜੱਗਾ ਨੂੰ। ਇਹ ਵੀ ਖਬਰ ਮਿਲੀ ਹੈ ਕਿ ਬੀਜੇਪੀ ਦੇ ਵਿੱਚ ਬੁੱਧਵਾਰ ਸ਼ਾਮ ਨੂੰ ਸ਼ਾਮਲ ਹੋਏ ਨੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਦੇ ਨਾਲ ਇਹਨਾਂ ਦੀ ਸ਼ਮੂਲੀਅਤ ਹੋਈ ਹੈ, ਕਿਉਂਕਿ ਕੈਪਟਨ ਜੱਗਾ ਨੂੰ ਚੋਣ ਲੜਾਉਣਾ ਚਾਹੁੰਦੇ ਸੀ ਤੇ ਬੀਜੇਪੀ ਰਾਜਪੁਰਾ ਸੀਟ ਬੀਜੇਪੀ ਨੂੰ ਹੀ ਦੇਣਾ ਚਾਹੁੰਦੀ ਸੀ, ਕਿਸੇ ਹੋਰ ਲੀਡਰ ਨੂੰ ਦੇਣਾ ਚਾਹੁੰਦੀ ਸੀ। ਇਸ ਕਰਕੇ ਸਹਿਮਤੀ ਬਣੀ ਕਿ ਜੱਗਾ ਕਮਲ ਦੇ ਫੁੱਲ ਤੇ ਚੋਣ ਲੜਨਗੇ। ਇਸੇ ਤਰ੍ਹਾਂ ਮੋਗਾ ਤੋਂ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਐਮਐਲਏ ਡਾਕਟਰ ਹਰਜੋਤ ਕਮਲ ਨੂੰ ਵੀ ਬੀਜੇਪੀ ਨੇ ਟਿਕਟ ਦੇ ਦਿੱਤੀ ਹੈ। ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਤੇ ਚੇਅਰਮੈਨ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵਿਜੇ ਸਾਂਪਲਾ ਨੂੰ ਬੀਜੇਪੀ ਨੇ ਫਗਵਾੜਾ ਤੋਂ ਉਮੀਦਵਾਰ ਐਲਾਨਿਆ ਹੈ। ਜਲੰਧਰ ਕੈਂਟ ਤੋਂ ਅਕਾਲੀ ਦਲ ਛੱਡ ਕੇ ਆਏ ਸਰਬਜੀਤ ਸਿੰਘ ਮੱਕੜ ਅਤੇ ਜਲੰਧਰ ਦੇ ਵਿੱਚ ਕਾਂਗਰਸ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਨੂੰ ਟਿਕਟ ਦਿੱਤੀ ਗਈ ਹੈ। ਉਧਰ ਕਾਂਗਰਸ ਨੇ ਜਦੋਂ ਤੋਂ ਦੂਸਰੀ ਸੂਚੀ ਐਲਾਨੀ ਹੈ, ਬਾਗੀ ਸੁਰਾਂ ਹੋਰ ਉੱਠ ਖੜੀਆਂ ਨੇ। ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਇਸ ਵਾਰੀ ਟਿਕਟ ਨਾ ਮਿਲਣ ਤੇ ਖੁੱਲ੍ਹੇਆਮ ਆਪਣੀ ਪਾਰਟੀ ਦੇ ਖਿਲਾਫ ਚੋਣ ਬਿਗਲ ਵਜਾ ਚੁੱਕੇ ਨੇ। ਉਹਨਾਂ ਨੇ ਬਾਗੀ ਹੁੰਦਿਆਂ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਤੇ ਨਾਮਜ਼ਦਗੀ ਪਰਚਾ ਵੀ ਦਾਖਲ ਕਰ ਦਿੱਤਾ ਹੈ ਤੇ ਨਾਮਜ਼ਦਗੀ ਪਰਚਾ ਭਰਨ ਤੋਂ ਪਹਿਲਾਂ ਉਹਨਾਂ ਨੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਤੇ ਅਰਦਾਸ ਕਰਨ ਤੋਂ ਬਾਅਦ ਨਾਮਜ਼ਦਗੀ ਪਰਚਾ ਭਰਨ ਦੇ ਲਈ ਰਵਾਨਾ ਹੋਏ। ਇਸੇ ਤਰ੍ਹਾਂ ਕਾਂਗਰਸੀ ਲੀਡਰ ਜਗਮੋਹਨ ਸਿੰਘ ਕੰਗ ਨੇ ਮੁੱਖ ਮੰਤਰੀ ਚੰਨੀ ਤੇ ਵੱਡੇ ਦੋਸ਼ ਲਾਏ ਨੇ। ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਵੱਲੋਂ ਮੇਰੀ ਟਿਕਟ ਜਾਣਬੁੱਝ ਕੇ ਕੱਟੀ ਗਈ ਹੈ, ਇਸ ਲਈ ਮੈਂ ਸੋਨੀਆ ਗਾਂਧੀ ਨੂੰ ਕਹਿੰਦੇ ਚਿੱਠੀ ਲਿਖੀ ਹੈ ਤੇ ਇਸ ਟਿਕਟ ਦੇ ਬਾਰੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਹੈ। ਸੰਯੁਕਤ ਸਮਾਜ ਮੋਰਚੇ ਨੇ 12 ਉਮੀਦਵਾਰਾਂ ਦੀ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਹਾਲੇ ਵੀ ਕਈ ਜਿਹੜੀਆਂ ਟਿਕਟਾਂ ਹੈਗੀਆਂ ਨੇ ਉਹਨਾਂ ਦੀ ਅਨਾਉਂਸਮੈਂਟ ਹੋਣੀ ਬਾਕੀ ਹੈ, ਕਿਉਂਕਿ ਹੁਣ ਨਾਮਜ਼ਦਗੀਆਂ ਦਾਖਲ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ ਤੇ ਨਾਮਜ਼ਦਗੀਆਂ ਦੇ ਦਿਨ ਜਿਵੇਂ-ਜਿਵੇਂ ਘਟ ਰਹੇ ਨੇ ਉਵੇਂ-ਉਵੇਂ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਨੇ। ਤਾਜ਼ਾ ਸੂਚੀ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਨੇ ਯਾਨੀ ਕਿ ਬਲਬੀਰ ਸਿੰਘ ਰਾਜੇਵਾਲ ਨੇ ਪਟਿਆਲਾ ਸ਼ਹਿਰੀ ਤੋਂ ਮੱਖਣ ਸਿੰਘ ਸਹੌਲੀ ਨੂੰ ਖੜਾ ਕੀਤਾ ਹੈ, ਯਾਨੀ ਕਿ ਕੈਪਟਨ ਦੇ ਖਿਲਾਫ। ਇਸੇ ਤਰ੍ਹਾਂ ਅੰਮ੍ਰਿਤਸਰ ਈਸਟ ਤੋਂ ਸੁਖਜਿੰਦਰ ਸਿੰਘ ਮਹੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਮਜੀਠਾ ਹਲਕਾ ਇਹ ਵੀ ਹੌਟ ਸੀਟ ਹੈ, ਉੱਥੋਂ ਪਰਮਜੀਤ ਸਿੰਘ ਜੱਜਿਆਣੀ ਨੂੰ ਟਿਕਟ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਕੁੱਲ 12 ਜਿਹੜੀਆਂ ਹੋਰ ਟਿਕਟਾਂ ਨੇ ਉਹ ਅਨਾਉਂਸ ਕਰ ਦਿੱਤੀਆਂ ਗਈਆਂ ਨੇ। ਸਮਾਜਵਾਦੀ ਪਾਰਟੀ ਨੇ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਰਾਹੁਲ ਗਾਂਧੀ ਤਾਂ 27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਕੇ ਚਲੇ ਗਏ ਤੇ ਹੁਣ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਉਹ 28 ਤਰੀਕ ਨੂੰ ਪੰਜਾਬ ਪਹੁੰਚ ਰਹੇ ਨੇ। 3 ਦਿਨਾਂ ਦੌਰੇ ਤੇ ਪੰਜਾਬ ਪਹੁੰਚ ਰਹੇ ਨੇ। ਇਸ ਤਰ੍ਹਾਂ ਦਿੱਲੀ ਤੋਂ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਲਈ ਸ਼ਹਿਰ ਭਰ ਦੇ ਵਿੱਚ 75 ਥਾਵਾਂ ਤੇ 115 ਫੁੱਟ ਉੱਚਾ ਕੌਮੀ ਝੰਡਾ ਲਹਿਰਾ ਚੁੱਕੇ ਨੇ। ਕੇਜਰੀਵਾਲ ਨੇ ਕਿਹਾ ਕਿ ਪਹਿਲੇ ਫੇਜ਼ ਦੇ ਵਿੱਚ ਸਾਡਾ ਟੀਚਾ ਦਿੱਲੀ ਵਿੱਚ 500 ਥਾਵਾਂ ਤੇ ਤਿਰੰਗੇ ਝੰਡੇ ਲਹਿਰਾਉਣ ਦਾ ਹੈ। ਸਾਡਾ ਟੀਚਾ ਹੈ ਕਿ ਹਰ ਕੋਈ ਦਿਨ ਵਿੱਚ 2-3 ਵਾਰੀ ਤਿਰੰਗਾ ਦੇਖੇ। ਅਸੀਂ ਆਪਣੀ ਦੁਨਿਆਵੀ ਜ਼ਿੰਦਗੀ ਵਿੱਚ ਕਈ ਵਾਰੀ ਆਪਣੇ ਦੇਸ਼ ਸਮਾਜ ਨੂੰ ਭੁੱਲ ਜਾਂਦੇ ਹਾਂ ਤੇ ਕੇਜਰੀਵਾਲ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਇੰਨੇ ਝੰਡੇ ਲਾਉਣ ਦੇ ਨਾਲ ਲੋਕਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਜਾਗੇਗੀ। ਨਸ਼ਾ ਤਸਕਰੀ ਕੇਸ ਦੇ ਵਿੱਚ ਫਸੇ ਹੋਏ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨ ਦਾ ਮੌਕਾ ਦੇਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਅਕਾਲੀਆਂ ਦਾ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਤੇ ਉਹਨਾਂ ਨੂੰ ਪੰਜਾਬ ਵਿਰੋਧੀ ਅਨਸਰਾਂ ਤੋਂ ਬਚਾਉਣ ਲਈ ਲੜਨ ਦਾ ਬਹਾਦਰੀ ਭਰਿਆ ਇਤਿਹਾਸ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰੀ ਤੇ ਕਾਤਲ ਸਾਧ ਜੋ ਜੇਲ੍ਹ ਦੇ ਵਿੱਚ ਬੰਦ ਹੈ, ਉਸ ਦੇ ਖਿਲਾਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਫਰੀਦਕੋਟ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਰਾਮ ਰਹੀਮ ਖਿਲਾਫ FIR ਨੰਬਰ 63 ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਐਸਆਈਟੀ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਤੋਂ 2 ਵਾਰੀ ਪੁੱਛਗਿੱਛ ਕਰ ਚੁੱਕੀ ਹੈ। ਚਾਰਜਸ਼ੀਟ ਦੇ ਵਿੱਚ ਕੀ ਕੁਝ ਲਿਖਿਆ ਹੈ ਉਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਮਿਲੀ, ਪਰ ਸੂਤਰਾਂ ਮੁਤਾਬਿਕ ਚਾਰਜਸ਼ੀਟ ਦੇ ਵਿੱਚ ਕਿਹਾ ਗਿਆ ਹੈ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਜੋ ਪਾਵਨ ਸਰੂਪ ਚੋਰੀ ਹੋਏ ਸੀ ਉਸ ਸੰਬੰਧੀ ਥਾਣੇ ਵਿੱਚ 63 ਨੰਬਰ FIR ਦਰਜ ਸੀ, ਜਿਹਦੇ ਵਿੱਚ 9 ਦੋਸ਼ੀਆਂ ਦੇ ਖਿਲਾਫ ਚਲਾਨ ਪੇਸ਼ ਹੋ ਚੁੱਕਿਆ ਸੀ। ਬੁਲੇਟਿਨ ਦੇ ਵਿੱਚ ਵੋਟਾਂ ਦੀਆਂ ਕੁਝ ਹੋਰ ਅਪਡੇਟਸ ਤੁਹਾਨੂੰ ਦੱਸ ਦਿੰਨੇ ਆ। ਗੱਲ ਕਰਾਂਗੇ ਰਾਹੁਲ ਗਾਂਧੀ ਦੀ ਰੈਲੀ ਦੀ। ਰਾਹੁਲ ਗਾਂਧੀ ਦੀ ਵਰਚੁਅਲ ਜਿਹੜੀ ਰੈਲੀ ਹੋਈ ਜਲੰਧਰ ਦੇ ਵਿੱਚ, ਉਹਦੇ ਨਾਲ ਵਰਚੁਅਲੀ ਵੱਖ-ਵੱਖ ਥਾਵਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਜੁੜੇ ਹੋਏ ਸੀ। ਇਹਦੇ ਵਿੱਚ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਦੀ ਤਕਰੀਰ ਤੋਂ ਬਾਅਦ ਰਾਹੁਲ ਗਾਂਧੀ ਨੇ ਕੀ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ, ਉਹ ਅਸੀਂ ਤੁਹਾਨੂੰ ਥੋੜਾ ਠਹਿਰ ਕੇ ਦੱਸਦੇ ਹਾਂ। ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਕੀ ਕਿਹਾ। ਸਿੱਧੂ ਕਹਿੰਦੇ ਕਿ ਦੱਸੋ, ਸਿੱਧਾ ਉਹਨਾਂ ਨੇ ਕਿਹਾ ਸਟੇਜ ਤੇ ਰਾਹੁਲ ਗਾਂਧੀ ਦੇ ਸਾਹਮਣੇ ਕਿ ਦੱਸੋ ਪੰਜਾਬ ਦੀ ਅਗਵਾਈ ਕੌਣ ਕਰੇਗਾ। ਅਖੀਰ ਤੇ ਕਿਹਾ ਕਿ ਦੇਖਿਓ ਕਿਤੇ ਦਰਸ਼ਨੀ ਘੋੜਾ ਨਾ ਬਣਾ ਕੇ ਰੱਖ ਦਿਓ, ਯਾਨੀ ਕਿ ਪੂਰਾ ਦਬਾਅ ਸਿੱਧੂ ਤੇ ਚੰਨੀ ਨੇ ਪਾਇਆ ਹੈ ਰਾਹੁਲ ਗਾਂਧੀ ਤੇ। ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਾਰੀ ਆਈ ਤਾਂ ਉਹਨਾਂ ਨੇ ਵੀ ਸਿੱਧੂ ਦੇ ਨਾਲ ਸਹਿਮਤੀ ਜਤਾਈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਸੀਐਮ ਚਿਹਰਾ ਹਰ ਹਾਲਤ ਦੇ ਵਿੱਚ ਚਾਹੀਦਾ ਹੈ। ਕਹਿੰਦੇ ਐਵੇਂ ਲੋਕ ਆਪਾਂ ਨੂੰ ਆ ਕੇ ਬੋਲੀ ਜਾਂਦੇ ਨੇ, ਦਿੱਲੀੋਂ ਆ ਕੇ ਲੋਕ ਇੱਥੇ ਚੌਧਰ ਕਰਨ ਨੂੰ ਫਿਰਦੇ ਨੇ, ਚਿਹਰਾ ਐਲਾਨ ਕੇ ਪਰੇ ਕਰੋ। ਪੂਰਾ ਦਬਾਅ ਪੰਜਾਬ ਦੇ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੋਵਾਂ ਨੇ ਪੂਰਾ ਦਬਾਅ ਪਾਇਆ ਰਾਹੁਲ ਗਾਂਧੀ ਦੇ ਉੱਤੇ। ਇੱਕ ਅਨੁਸ਼ਾਸਨ ਨਾਲ ਬੰਨੇ ਹੋਏ ਸਿਪਾਹੀ ਦਾ ਇਹ ਵਚਨ ਹੈ ਰਾਹੁਲ ਜੀ ਨੂੰ ਕਿ ਜੋ ਤੁਹਾਡਾ ਫੈਸਲਾ ਹੋਏਗਾ ਸਾਰੀ ਕਾਂਗਰਸ ਪਾਰਟੀ ਮੰਨੇਗੀ, ਸਾਰੀ ਕਾਂਗਰਸ ਪਾਰਟੀ ਮੰਨੇਗੀ, ਹਰ ਬੰਦਾ ਮੰਨੇਗਾ। ਅਸੀਂ ਸਾਰੇ ਇਕੱਠੇ ਆ, ਅਸੀਂ TRP ਲਈ ਨਹੀਂ ਲੜ ਰਹੇ, ਅਗਲੀ ਸਰਕਾਰ ਬਣਾਉਣ ਦੇ ਲਈ ਲੜ ਰਹੇ ਆ ਮਹਾਰਾਜ। ਔਰ ਅਗਲੀ ਸਰਕਾਰ ਬਣਾਉਣ ਲਈ ਨੀਹਾਂ 'ਚ ਵੀ ਚਿਣਦੀ ਹੋ ਨਵਜੋਤ ਸਿੰਘ ਸਿੱਧੂ ਜੇ ਉਫ ਕਰ ਗਿਆ, ਲੇਕਿਨ ਨਿਰਣੇ ਲੈਣ ਦੀ ਤਾਕਤ ਦਈਓ, ਭਾਵੇਂ ਕੋਈ ਨਿਰਣਾ ਹੋਏ, ਬਸ ਦਰਸ਼ਨੀ ਘੋੜਾ ਨਾ ਬਣਾ ਦਿਓ, ਬਾਕੀ ਸਭ ਠੀਕ ਹੈ। ਬੋਲੇ ਸੋ ਨਿਹਾਲ। ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ, ਮਾਫੀਆ ਰਾਜ ਖਤਮ ਕਰਾਂਗੇ, ਹਰ ਲੜਾਈ ਪੰਜਾਬ ਵਾਸਤੇ ਲੜਾਂਗੇ। ਲੇਕਿਨ ਅੱਜ ਲੋਕ ਇੱਕ ਚਿਹਰਾ ਮੰਗਦੇ ਆ, ਤੁਸੀਂ ਜਿਹਨੂੰ ਕਹੋਗੇ ਅਸੀਂ ਨਾਲ ਚੱਲਾਂਗੇ। ਸਿੱਧੂ ਸਾਹਿਬ ਨੇ ਪਹਿਲਾਂ ਇਸ ਗੱਲ ਦੀ ਪ੍ਰੋੜਤਾ ਕੀਤੀ, ਕਿਹਾ ਮੈਂ ਵੀ ਇਹ ਕਹਿਣਾ, ਤੁਸੀਂ ਜਿਹਨੂੰ ਮਰਜ਼ੀ ਅਨਾਉਂਸ ਕਰੋ। ਐਵੇਂ ਆ ਕੇ ਉੱਥੇ ਤੇ ਦਿੱਲੀ ਵਾਲੇ, ਮੈਂ ਕਹਿੰਦਾ ਜੀ, ਮੈਂ ਕਿਹਾ ਜਿਸ ਤਰ੍ਹਾਂ ਚਿੱਟੇ ਅੰਗਰੇਜ਼ ਦਿੱਲੀ ਤੇ ਆਏ ਸੀ ਉਸੇ ਤਰ੍ਹਾਂ ਚਿੱਟੇ ਅੰਗਰੇਜ਼ ਇੰਗਲੈਂਡ ਤੋਂ ਆਏ ਸੀ ਹਿੰਦੁਸਤਾਨ ਨੂੰ ਲੁੱਟਣ, ਉਸੇ ਤਰ੍ਹਾਂ ਦਿੱਲੀ ਤੇ ਕਾਲੇ ਅੰਗਰੇਜ਼ ਆ ਗਏ। ਫਿਰ ਜਦੋਂ ਵਾਰੀ ਆਈ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਦੀ ਤਾਂ ਰਾਹੁਲ ਗਾਂਧੀ ਨੇ ਸਟੇਜ ਤੋਂ ਸਭ ਤੋਂ ਪਹਿਲਾਂ ਤਾਂ ਮਾਫੀ ਮੰਗੀ ਲੋਕਾਂ ਤੋਂ ਕਿ ਮੇਰਾ ਜਹਾਜ਼ ਲੇਟ ਹੋ ਗਿਆ, ਮੌਸਮ ਖਰਾਬ ਹੋਣ ਕਰਕੇ, ਠੰਡ ਹੋਣ ਕਰਕੇ ਤੁਹਾਨੂੰ ਥੋੜੀ ਜ਼ਿਆਦਾ ਉਡੀਕ ਕਰਨੀ ਪਈ, ਇਸ ਕਰਕੇ ਮੈਂ ਮਾਫੀ ਮੰਗਦਾ ਹਾਂ। ਉਸ ਤੋਂ ਬਾਅਦ ਪੰਜਾਬ ਦੀ ਗੱਲ ਕੀਤੀ ਕਿ ਜਿਹੜਾ ਸਵਾਲ ਹੈ ਉਹ ਸਿਰਫ ਚੋਣਾਂ ਦਾ ਨਹੀਂ ਹੈ, ਪੰਜਾਬ ਦੇ ਭਵਿੱਖ ਦਾ ਸਵਾਲ ਹੈ ਕਿ ਪੰਜਾਬ ਕਿਹੜੇ ਰਾਹ ਤੋਂ ਹੁਣ ਅੱਗੇ ਵਧੂਗਾ। ਪੰਜਾਬ ਸਾਡੇ ਲਈ ਵਿਚਾਰਧਾਰਾ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਸਿਆਸੀ ਤੀਰ ਵੀ ਛੱਡ ਦਿੱਤਾ ਕਿ ਮੈਂ ਸੋਚ ਰਿਹਾ ਸੀ ਕਿ ਪੰਜਾਬ ਜਿਹੜਾ 3 ਅੱਖਰਾਂ ਦਾ ਨਾਮ ਹੈ ਉਸ ਦੇ ਵਿੱਚ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਪੰਜਾ ਆਉਂਦਾ ਹੈ, ਉਸ ਤੋਂ ਬਾਅਦ ਬੱਬਾ ਲੱਗਿਆ ਹੈ। ਸੋ ਰਾਹੁਲ ਗਾਂਧੀ ਨੇ ਫਿਰ ਦੱਸਿਆ ਕਿ ਦੋਵੇਂ ਲੀਡਰ ਸਿੱਧੂ ਤੇ ਚੰਨੀ ਦੋਵੇਂ ਜਦੋਂ ਮੇਰੇ ਨਾਲ ਕਾਰ 'ਚ ਬੈਠੇ ਸੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਵਾਲ ਹੀ ਇਹੀ ਹੈ ਕਿ ਕਾਂਗਰਸ ਨੂੰ ਲੀਡ ਕੌਣ ਕਰੇਗਾ। ਕਹਿੰਦੇ 2 ਲੋਕ ਤਾਂ ਲੀਡ ਨਹੀਂ ਕਰ ਸਕਦੇ, ਲੀਡ ਤਾਂ ਇੱਕੋ ਹੀ ਕਰ ਸਕਦਾ, ਪਰ ਕਹਿੰਦੇ ਦੋਵਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਜਿਹਨੂੰ ਵੀ ਤੁਸੀਂ ਸੀਐਮ ਚਿਹਰਾ ਐਲਾਨ ਦਿਓਗੇ, ਦੂਸਰਾ ਜਿਹੜਾ ਬੰਦਾ ਹੈ ਉਹ ਉਹਦੀ ਸ਼ਕਤੀ ਬਣਨ ਦੇ ਲਈ ਪੂਰਾ ਦਮ ਲਾ ਦੂਗਾ। ਸੋ ਰਾਹੁਲ ਗਾਂਧੀ ਜਦੋਂ ਇਸ ਤਰ੍ਹਾਂ ਦੀ ਅਨਾਉਂਸਮੈਂਟ ਕਰ ਰਹੇ ਸੀ, ਸਾਰਿਆਂ ਦੇ ਕਾਂਗਰਸ ਵਰਕਰਾਂ ਦੇ ਵਿੱਚ ਹੀ ਲੀਡਰਾਂ ਦੇ ਤੇ ਸਭ ਤੋਂ ਵੱਧ ਚੰਨੀ ਸਿੱਧੂ ਦੇ ਦਿਲ ਦੀਆਂ ਧੜਕਣਾਂ ਵਧੀਆਂ ਜ਼ਰੂਰ ਹੋਣਗੀਆਂ ਕਿ ਸ਼ਾਇਦ ਅਨਾਉਂਸਮੈਂਟ ਹੋਣ ਲੱਗੀ ਹੈ, ਪਰ ਅਨਾਉਂਸਮੈਂਟ ਹਾਲੇ ਰਾਹੁਲ ਗਾਂਧੀ ਨੇ ਆਪਣੇ ਕੋਲ ਰੱਖ ਲਈ ਹੈ। ਉਹਨਾਂ ਨੇ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਜਿਹੜਾ ਫੈਸਲਾ ਸੀਗਾ ਸੀਐਮ ਕੈਂਡੀਡੇਟ ਚੁਣਨ ਦਾ, ਉਹ ਤੋਂ ਥੋੜੀ ਜਿਹੀ ਪ੍ਰੇਰਣਾ ਲੈਂਦੇ ਹੋਏ ਕਹਿੰਦੇ ਅਸੀਂ ਆਪਣੇ ਵਰਕਰਾਂ ਨੂੰ ਪੁੱਛ ਕੇ ਫੈਸਲਾ ਕਰਾਂਗੇ, ਸਹੀ ਵਿਅਕਤੀ ਨੂੰ ਮੌਕਾ ਦੇਵਾਂਗੇ। ਸੋ ਰਾਹੁਲ ਗਾਂਧੀ ਨੇ ਫੈਸਲਾ ਜ਼ਰੂਰ ਲੈ ਲਿਆ ਕਿ ਪੰਜਾਬ ਨੂੰ ਸੀਐਮ ਚਿਹਰਾ ਚੋਣਾਂ ਤੋਂ ਪਹਿਲਾਂ ਦੇ ਦਿੱਤਾ ਜਾਊਗਾ। ਸੀਐਮ ਚਿਹਰੇ ਤੇ ਚੋਣਾਂ ਲੜੀਆਂ ਜਾਣਗੀਆਂ, ਦਬਾਅ ਬਹੁਤ ਵਧਿਆ ਹੈ, ਪ੍ਰੈਸ਼ਰ ਬਹੁਤ ਪਿਆ ਹੈ। ਸੋ ਦੇਖਦੇ ਹਾਂ ਹੁਣ ਸਿੱਧੂ ਤੇ ਚੰਨੀ ਵਿੱਚੋਂ ਆਖਿਰਕਾਰ कौन पंजाब दे विच कांग्रेस दा सीएम चेहरा होवेगा। 2 लोग तो लीड नहीं कर सकते, एक ही व्यक्ति लीड करेगा। और दोनों ने मुझे कहा जो भी लीड करेगा कसम खा के दूसरा व्यक्ति अपना पूरा दम, अपनी पूरी शक्ति उसकी मदद करने में लगा देता।
अगर कांग्रेस पार्टी चाहती है, क्योंकि आमतौर से हम ये नहीं करते हैं, मगर अगर कांग्रेस पार्टी चाहती है और कांग्रेस पार्टी का कार्यकर्ता चाहता है और पंजाब चाहता है, तो फिर हम चीफ मिनिस्टर का निर्णय आपके लिए ले लेंगे। कैसे लेंगे? अपने कार्यकर्ताओं से पूछकर, अपने कार्यकर्ताओं से पूछकर, और जो सही व्यक्ति होगा वो पंजाब को आगे ले जाएगा और दूसरा व्यक्ति और दूसरे सब लोग मिलकर एक टीम जैसे लड़ाई लड़ेंगे। ਇਸ ਦੇ ਨਾਲ ਹੀ ਕਾਂਗਰਸ ਨੇ ਨਵਾਂ ਨਾਰਾ ਦਿੱਤਾ ਹੈ। ਰਾਹੁਲ ਗਾਂਧੀ ਦੀ ਫੇਰੀ ਮੌਕੇ ਨਵੀਂ ਸੋਚ ਨਵਾਂ ਪੰਜਾਬ, ਇਸ ਦੇ ਨਾਮ ਦੇ ਉੱਤੇ ਹੁਣ ਚੋਣਾਂ ਲੜੀਆਂ ਜਾਣਗੀਆਂ। ਸੋ ਰਾਹੁਲ ਗਾਂਧੀ ਦੀ ਇਸ ਪੰਜਾਬ ਫੇਰੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਨਿਸ਼ਾਨਾ ਸਾਧਿਆ। ਖਾਸ ਕਰਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਰਾਹੁਲ ਗਾਂਧੀ ਨੇ ਜਦੋਂ ਮੱਥਾ ਟੇਕਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਜਵਾਬ ਮੰਗਿਆ ਕਾਂਗਰਸ ਤੋਂ। ਕਹਿੰਦੇ ਅੱਜ ਪੰਜਾਬ ਆਇਆ ਰਾਹੁਲ ਗਾਂਧੀ ਕੌਮ ਨੂੰ ਦੱਸੇ ਕਿ ਕਾਂਗਰਸ ਵੱਲੋਂ ਰੂਹਾਨੀਅਤ ਦੇ ਦਰ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਦੇ ਹਿਰਦੇ ਛਲਣੀ ਕਰਨ ਦਾ ਉਹ ਦਿਲ ਕੰਬਾਊ ਮੰਜ਼ਰ ਕੀ ਤੁਹਾਨੂੰ ਯਾਦ ਆਇਆ? ਸੌੜੀ ਸਿਆਸਤ ਤਹਿਤ ਰਾਹੁਲ ਗਾਂਧੀ ਝੂਠੇ ਦਿਖਾਵੇ ਨਾ ਕਰਨ, ਕੌਮ ਦੇ ਸਵਾਲਾਂ ਦਾ ਜਵਾਬ ਦੇਣ। ਇਹ ਸਵਾਲ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ। ਇਹ ਸਵਾਲ ਹੈ ਸਾਰੇ ਕਾਂਗਰਸੀਆਂ ਨੂੰ ਕਿ ਉਸ ਜਗ੍ਹਾ ਤੇ ਇੱਕ ਸਿਆਸੀ ਡਰਾਮਾ ਕਰਨ ਲਈ ਤਾਂ ਤੁਸੀਂ ਪਹੁੰਚ ਗਏ। ਕੀ ਤੁਹਾਡੇ ਜ਼ਮੀਰਾਂ ਨੇ ਤੁਹਾਨੂੰ ਲਾਹਨਤਾਂ ਨਹੀਂ ਪਾਈਆਂ? ਪਹਿਲਾਂ ਤਾਂ 117 ਬੰਦਿਆਂ ਦੇ ਜ਼ਮੀਰ ਨੇ ਲਾਹਨਤ ਪਾਈ ਹੋਣੀ ਕਿ ਅਸੀਂ ਉਸ ਪਾਰਟੀ ਤੋਂ ਚੋਣ ਲੜ ਰਹੇ ਹਾਂ ਜਿਹਨੇ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ। ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਬੇਅਦਬੀ ਇਸ ਪਾਰਟੀ ਨੇ ਕੀਤੀ ਔਰ ਰਾਹੁਲ ਗਾਂਧੀ ਨੂੰ ਖਾਸ ਕਰਕੇ ਜੋ ਉਹਦੇ ਵੱਡੇ ਵਡੇਰਿਆਂ ਨੇ ਸਿੱਖਾਂ ਉੱਤੇ ਜ਼ੁਲਮ ਕੀਤੇ, ਅੱਜ ਇੱਕ ਪਲ ਲਈ ਵੀ ਉਸ ਬੰਦੇ ਦੀ ਆਤਮਾ ਨੇ ਉਹਨੂੰ ਝੰਜੋੜਿਆ ਕਿ ਇਸ ਜਗ੍ਹਾ ਦੇ ਉੱਤੇ ਜਿਹੜੇ ਪਾਪ ਅਸੀਂ ਕਮਾਏ ਨੇ ਤੇ ਇਸੇ ਜਗ੍ਹਾ ਦੇ ਉੱਤੇ ਅੱਜ ਜਦੋਂ ਮੈਂ ਆ ਕੇ ਖੜਾ ਹੋ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਜਿੰਨੀ ਉੱਥੇ ਲਹੂ ਡੁੱਲਿਆ, ਜਿੰਨੇ ਉੱਥੇ ਸਿੰਘ ਸ਼ਹੀਦ ਹੋਏ, ਜਿੰਨਾ ਉੱਥੇ ਪਾਪ ਕਮਾਇਆ, ਅੱਜ ਉਹ ਸਾਰਾ ਕੁਝ ਇਹਦੇ ਸਾਹਮਣੇ ਖੜਾ ਹੋਣਾ। ਮੈਨੂੰ ਲੱਗਦਾ ਇਹਦਾ ਆਪਣਾ ਜ਼ਮੀਨ ਅੰਦਰੋਂ ਲਾਂਤਾ ਪਾ ਰਿਹਾ ਹੋਣਾ ਕਿ ਅਸੀਂ ਕੀ ਇੱਥੇ ਪਾਪ ਕਮਾਇਆ। ਤੇ ਇਸ ਦੇ ਨਾਲ ਹੀ ਅਕਾਲੀ ਦਲ ਦੇ ਵੱਲੋਂ ਇੱਕ ਅਪਡੇਟ ਤੁਹਾਨੂੰ ਦੱਸ ਦਿੰਨੇ ਹਾਂ। ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਰਿਕਾਰਡ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ, ਲੋਕਾਂ ਦੇ ਸਾਹਮਣੇ ਰੱਖਿਆ ਹੈ। ਸਾਰਾ ਉਹਨਾਂ ਦਾ ਵੇਰਵਾ ਦੱਸਿਆ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਅਸੀਂ ਪਾਲਣਾ ਕਰਦੇ ਹਾਂ। ਜਦੋਂ ਅਸੀਂ ਨਿਰਪੱਖ ਚੋਣਾਂ ਦੀ ਮੰਗ ਕਰਦੇ ਹਾਂ ਤਾਂ ਅਸੀਂ ਇਸ ਦੇ ਮਾਇਨੇ ਬਾਖੂਬੀ ਸਮਝਦੇ ਹਾਂ ਤੇ ਨਿਯਮਾਂ ਦੀ ਪਾਲਣਾ ਵੀ ਕਰਦੇ ਹਾਂ। ਕਹਿੰਦੇ ਲੋਕਾਂ ਨੂੰ ਆਪਣੇ ਉਮੀਦਵਾਰ ਦੇ ਹਰ ਵੇਰਵੇ ਤੋਂ ਅਸੀਂ ਜਾਣੂ ਕਰਵਾਵਾਂਗੇ, ਜਿਸ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਤੋਂ। ਕਹਿੰਦੇ ਪੰਜਾਬ ਉਦੋਂ ਹੀ ਖੁਸ਼ਹਾਲ ਹੋ ਸਕਦਾ ਹੈ ਜਦੋਂ ਲੋਕ ਨੁਮਾਇੰਦਿਆਂ ਦੇ ਵਿੱਚ ਪਾਰਦਰਸ਼ਤਾ ਹੋਵੇ। ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਚੋਣ ਲੜਨਗੇ, ਬਿਕਰਮ ਸਿੰਘ ਮਜੀਠੀਆ 2 ਸੀਟਾਂ ਤੇ ਮਜੀਠਾ ਤੇ ਅੰਮ੍ਰਿਤਸਰ ਤੋਂ, ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ ਚੋਣ ਲੜਨਗੇ। ਇਹਨਾਂ ਤਿੰਨਾਂ ਦਾ ਜਿਹੜਾ ਰਿਕਾਰਡ ਹੈ ਉਹ ਲੋਕਾਂ ਦੇ ਸਾਹਮਣੇ ਰੱਖਿਆ। ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਜਿਹੜਾ ਹਾਈਲਾਈਟ ਕੀਤਾ ਹੋਇਆ ਉਹ ਦੱਸਿਆ ਹੋਇਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕਿਹੜੀਆਂ ਧਾਰਾਵਾਂ ਨੇ, ਕਿਹੜੇ ਪਰਚੇ ਦਰਜ ਹੋਏ ਨੇ, ਵਿਕਰਮ ਮਜੀਠੀਆ ਖਿਲਾਫ ਕਿਹੜੇ ਪਰਚੇ ਦਰਜ ਹੋਏ ਨੇ। ਪੂਰੀ ਦੁਨੀਆ ਤੇ ਪੂਰੇ ਭਾਰਤ ਦੀਆਂ ਅਪਡੇਟਸ ਤੁਹਾਨੂੰ ਦੇ ਦਈਏ ਤਾਂ ਕੇਂਦਰੀ ਗ੍ਰਹਿ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਲੀਡਰ ਅਮਿਤ ਸ਼ਾਹ ਨੇ ਯੂਪੀ ਚੋਣਾਂ ਦੇ ਬਾਰੇ ਬੋਲਿਆ ਹੈ। ਕਹਿੰਦੇ ਅਖਿਲੇਸ਼ ਯਾਦਵ ਨੂੰ ਯੂਪੀ ਦੀ ਕਾਨੂੰਨ ਵਿਵਸਥਾ ਤੇ ਬੋਲਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਮਥੁਰਾ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਵੋਟਰ ਸੰਵਾਦ ਦੇ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਅਖਿਲੇਸ਼ ਯਾਦਵ ਦੇ ਰਾਜ ਵਿੱਚ ਤੇ ਮਾਇਆਵਤੀ ਦੇ ਰਾਜ ਵਿੱਚ ਗੁੰਡਾ ਰਾਜ ਹੁੰਦਾ ਸੀ। ਮਾਫੀਆ ਤੇ ਕਾਰਵਾਈ ਅਖਿਲੇਸ਼ ਨੂੰ ਦੁੱਖ ਪਹੁੰਚਾਉਂਦੀ ਹੈ, ਦਾਅਵਾ ਕੀਤਾ। ਉਹਨਾਂ ਨੇ ਕਿਹਾ ਕਿ ਸਪਾ ਤੇ ਬਸਪਾ ਨੇ ਇੱਕ ਵਿਸ਼ੇਸ਼ ਭਾਈਚਾਰੇ ਦੇ ਲਈ ਹੀ ਕੰਮ ਕੀਤਾ ਹੈ। ਯੋਗੀ ਸਰਕਾਰ ਦੇ ਵਿੱਚ ਮਾਫੀਆ ਨੇ ਆਤਮ ਸਮਰਪਣ ਕੀਤਾ। ਉੱਤਰ ਪ੍ਰਦੇਸ਼ ਦੀ ਚੋਣ ਭਾਰਤ ਦੀ ਕਿਸਮਤ ਦਾ ਫੈਸਲਾ ਕਰਨ ਵਾਲੀ ਵੀ ਚੋਣ ਹੈ, ਅਮਿਤ ਸ਼ਾਹ ਨੇ ਇਹ ਦਾਅਵਾ ਕੀਤਾ। ਉਧਰ ਸੰਸਦ ਦੇ ਬਜਟ ਸੈਸ਼ਨ ਦੇ ਵਿੱਚ ਪਾਰਟੀ ਦੀ ਰਣਨੀਤੀ ਤੈਅ ਕਰਨ ਦੇ ਲਈ ਸੀਨੀਅਰ ਕਾਂਗਰਸੀ ਲੀਡਰ ਸ਼ੁੱਕਰਵਾਰ ਨੂੰ ਯਾਨੀ ਕਿ 28 ਜਨਵਰੀ ਨੂੰ ਮੀਟਿੰਗ ਕਰਨਗੇ। ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਪਾਰਟੀ ਦੇ ਸੰਸਦੀ ਰਣਨੀਤੀ ਗਰੁੱਪ ਦੀ ਡਿਜੀਟਲ ਮੀਟਿੰਗ ਹੋਵੇਗੀ। ਮੁੰਬਈ ਦੇ ਵਿੱਚ ਇੱਕ ਸਪੋਰਟਸ ਕੰਪਲੈਕਸ ਦਾ ਨਾਮ ਟਿਪੂ ਸੁਲਤਾਨ ਦੇ ਨਾਮ ਤੇ ਰੱਖਣ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿੱਚ ਸ਼ਿਵ ਸੈਨਾ ਨੇ ਬੀਜੇਪੀ ਤੇ ਨਿਸ਼ਾਨਾ ਕੱਸਿਆ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਬੀਜੇਪੀ ਨੂੰ ਲੱਗਦਾ ਹੈ ਕਿ ਇਤਿਹਾਸ ਦੀ ਜਾਣਕਾਰੀ ਸਿਰਫ ਉਸ ਨੂੰ ਹੀ ਹੈ। ਸਾਨੂੰ ਕਹਿੰਦੇ ਟਿਪੂ ਸੁਲਤਾਨ ਦੇ ਬਾਰੇ ਪਤਾ ਹੈ, ਸਾਨੂੰ ਬੀਜੇਪੀ ਤੋਂ ਇਹ ਜਾਣਨ
ਬਦਲਣ ਦੀ ਲੋੜ ਨਹੀਂ ਹੈ। ਸੂਬਾ ਸਰਕਾਰ ਫੈਸਲਾ ਲੈਣ ਦੇ ਸਮਰੱਥ ਹੈ। ਨਵਾਂ ਇਤਿਹਾਸ ਨਾ ਲਿਖੋ। ਤੁਸੀਂ ਦਿੱਲੀ ਵਿੱਚ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰਦੇ ਰਹੇ ਹੋ ਪਰ ਤੁਸੀਂ ਸਫਲ ਨਹੀਂ ਹੋਵੋਗੇ। ਉੱਤਰਾਖੰਡ ਦੇ ਵਿੱਚ ਵੀ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ। ਇੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਕਿਸ਼ੋਰ ਉਪਾਧਿਆਏ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ। ਕੁਝ ਸਮਾਂ ਪਹਿਲਾਂ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲ ਦੇ ਲਈ ਮੁੱਢਲੀ ਮੈਂਬਰਸ਼ਿਪ ਚੋਂ ਕੱਢ ਦਿੱਤਾ ਸੀ। ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਰਾਹੁਲ ਗਾਂਧੀ ਟਵਿੱਟਰ ਦੇ ਨਾਲ ਭਿੜ ਗਏ ਨੇ। ਰਾਹੁਲ ਗਾਂਧੀ ਨੂੰ ਲੱਗ ਰਿਹਾ ਹੈ ਕਿ ਟਵਿੱਟਰ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਰਕੇ ਉਹਨਾਂ ਨੇ ਟਵਿੱਟਰ ਦੇ CEO ਪਰਾਗ ਅਗਰਵਾਲ ਨੂੰ ਚਿੱਠੀ ਲਿਖ ਕੇ ਆਪਣੀ ਨਾਰਾਜ਼ਗੀ ਜਤਾਈ ਸੀ ਕਿ ਮੇਰੇ ਫਾਲੋਅਰਸ ਘਟਾਏ ਜਾ ਰਹੇ ਨੇ। ਪਰ ਹੁਣ ਟਵਿੱਟਰ ਨੇ ਰਾਹੁਲ ਗਾਂਧੀ ਨੂੰ ਜਵਾਬ ਦਿੱਤਾ ਹੈ। ਰਾਹੁਲ ਗਾਂਧੀ ਨੂੰ ਸਮਝਾਉਂਦਿਆਂ ਟਵਿੱਟਰ ਨੇ ਕਿਹਾ ਕਿ ਫਾਲੋਅਰਸ ਦੀ ਗਿਣਤੀ ਇੱਕ ਵਿਜ਼ੀਬਲ ਫੀਚਰ ਹੈ। ਅਸੀਂ ਚਾਹੁੰਦੇ ਹਾਂ ਹਰ ਕਿਸੇ ਨੂੰ ਵਿਸ਼ਵਾਸ ਹੋਵੇ ਕਿ ਅੰਕੜੇ ਸਹੀ ਤੇ ਤੱਥਾਂ ਤੇ ਆਧਾਰਿਤ ਨੇ। ਟਵਿੱਟਰ ਨੇ ਕਿਹਾ ਕਿ ਸਾਡੇ ਪਲੇਟਫਾਰਮ ਤੇ ਹੇਰਾਫੇਰੀ ਅਤੇ ਸਪੈਮ ਦੇ ਲਈ ਜ਼ੀਰੋ ਟੋਲਰੈਂਸ ਨੀਤੀ ਹੈ। ਟਵਿੱਟਰ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੰਦਿਆਂ ਇਹ ਵੀ ਕਿਹਾ ਕਿ ਤੁਸੀਂ ਹੋਰ ਵੇਰਵਿਆਂ ਦੇ ਲਈ ਟਵਿੱਟਰ ਦੇ ਟ੍ਰਾਂਸਪੇਰੈਂਸੀ ਸੈਂਟਰ ਅਪਡੇਟ ਤੇ ਇੱਕ ਨਜ਼ਰ ਮਾਰ ਸਕਦੇ ਹੋ। ਟਾਟਾ ਕੰਸਲਟੈਂਸੀ ਸਰਵਿਸਿਜ਼ ਯਾਨੀ ਕਿ TCS ਸੂਚਨਾ ਟੈਕਨੋਲੋਜੀ ਖੇਤਰ ਦੇ ਸੇਵਾ ਪ੍ਰਦਾਤਾਵਾਂ ਦੇ ਵਿੱਚੋਂ ਦੁਨੀਆ ਦਾ ਸਭ ਤੋਂ ਕੀਮਤੀ ਬ੍ਰਾਂਡ ਬਣ ਗਿਆ ਹੈ। ਯਾਨੀ ਕਿ TCS ਦੁਨੀਆ ਦੀ ਸਭ ਤੋਂ ਕੀਮਤੀ IT ਕੰਪਨੀ ਬਣ ਗਈ ਹੈ। ਇਨਫੋਸਿਸ ਤੀਜੇ ਨੰਬਰ ਤੇ ਹੈ। ਦੂਜੇ ਸਥਾਨ ਤੇ ਆ ਕੇ ਅਮਰੀਕਾ ਦੀ ਦਿੱਗਜ ਕੰਪਨੀ IBM ਨੂੰ TCS ਨੇ ਪਿੱਛੇ ਛੱਡ ਦਿੱਤਾ ਹੈ। ਹਾਕੀ ਦੇ ਨਾਲ ਜੁੜੀ ਹੋਈ ਖਬਰ ਹੈ ਤੇ ਪੰਜਾਬ ਦੇ ਖੇਡ ਮੰਤਰੀ ਨੂੰ ਝਟਕਾ ਦੇਣ ਵਾਲੀ ਵੀ ਖਬਰ ਹੈ। ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਦੇ ਵਿੱਚ ਕੀਤੀ ਘਪਲੇਬਾਜ਼ੀ ਦਾ ਸਖਤ ਨੋਟਿਸ ਲਿਆ ਹੈ। ਹਾਕੀ ਪੰਜਾਬ ਨੂੰ ਸਸਪੈਂਡ ਕਰ ਦਿੱਤਾ ਹੈ। 3 ਮੈਂਬਰੀ ਐਡਹੌਕ ਕਮੇਟੀ ਬਣਾਈ ਹੈ। ਹਾਕੀ ਪੰਜਾਬ ਤੇ ਪੰਜਾਬ ਖੇਡ ਵਿਭਾਗ ਪੰਜਾਬ 'ਚ ਪੈਰ ਪਸਾ ਚੁੱਕੇ ਖੇਡ ਮਾਫੀਆ ਵਿਰੁੱਧ ਬਤੌਰ ਖੇਡ ਵਿਸਲ ਬਲੋਅਰ ਲਾਮਬੰਦ ਹੋਏ ਸਾਬਕਾ PCS ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਹੈ ਕਿ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੇ ਪ੍ਰਧਾਨ ਓਲੰਪੀਅਨ ਪ੍ਰਗਟ ਸਿੰਘ ਜਿਹੜੇ ਕਿ ਖੇਡ ਮੰਤਰੀ ਪੰਜਾਬ ਦੇ ਹੈਗੇ ਨੇ ਉਹਨਾਂ ਦੇ ਐਕਸ਼ਨ ਦੇ ਉੱਤੇ ਸਖਤ ਨੋਟਿਸ ਲਿਆ ਹੈ ਤੇ ਹਾਕੀ ਪੰਜਾਬ ਨੂੰ ਸਸਪੈਂਡ ਕਰ ਦਿੱਤਾ ਹੈ। ਸੰਧੂ ਨੇ ਦੱਸਿਆ ਕਿ ਜਿਹੜੀ 3 ਮੈਂਬਰੀ ਐਡਹੌਕ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਭੋਲਾਨਾਥ ਸਿੰਘ, ਓਲੰਪੀਅਨ ਬਲਵਿੰਦਰ ਸਿੰਘ ਸ਼ਮੀ ਤੇ ਕਮਾਂਡਰ RK ਸ਼੍ਰੀਵਾਸਤਵਾ ਨੂੰ ਕਰਮਵਾਰ ਚੇਅਰਮੈਨ ਮੈਂਬਰ ਤੇ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਸੋ ਹਾਕੀ ਪੰਜਾਬ ਨੂੰ ਸਸਪੈਂਡ ਕਰਨ ਦਾ ਕਾਰਨ ਇਹੀ ਹੈ ਕਿ ਜਿਹੜੀਆਂ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੇ ਲਈ ਵੋਟਾਂ ਹੁੰਦੀਆਂ ਨੇ, ਵੋਟਿੰਗ ਹੁੰਦੀ ਹੈ, ਉਹਦੇ ਵਿੱਚ ਘਪਲੇਬਾਜ਼ੀ ਕੀਤੀ ਗਈ ਹੈ। ਅਮਰੀਕਾ ਨੇ ਯੂਕਰੇਨ ਨੂੰ ਨਾਟੋ ਦੇ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਦੀ ਰੂਸ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ। ਅਮਰੀਕਾ ਨੇ ਫੈਸਲਾ ਉਦੋਂ ਲਿਆ ਜਦੋਂ ਯੂਕਰੇਨ ਉੱਤੇ ਰੂਸੀ ਹਮਲੇ ਦਾ ਖਤਰਾ ਬਣਿਆ ਹੋਇਆ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਯੂਕਰੇਨ ਸੰਕਟ ਦੇ ਹੱਲ ਨੂੰ ਲੈ ਕੇ ਰੂਸ ਨੂੰ ਅਧਿਕਾਰਿਤ ਤੌਰ ਤੇ ਪ੍ਰਤੀਕਿਰਿਆ ਦਿੰਦਿਆਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਰੂਸ ਨੂੰ ਅੱਗੇ ਵਧਣ ਦੇ ਲਈ ਇੱਕ ਗੰਭੀਰ ਕੂਟਨੀਤਿਕ ਰਾਹ ਦੀ ਪੇਸ਼ਕਸ਼ ਕਰ ਰਹੇ ਹਾਂ। ਰੂਸ ਨੂੰ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਅਮਰੀਕਾ ਦੀ ਇਸ ਪ੍ਰਤੀਕਿਰਿਆ ਦੇ ਉੱਤੇ ਰੂਸੀ ਮੰਤਰੀ ਨੇ ਕਿਹਾ ਕਿ ਸਾਡਾ ਮੁਲਕ ਐਂਟਨੀ ਬਲਿੰਕਨ ਦੀ ਪ੍ਰਤੀਕਿਰਿਆ ਦਾ ਅਧਿਐਨ ਕਰੇਗਾ। ਵੱਡੇ ਉਦਯੋਗਪਤੀ ਐਲਨ ਮਸਕ ਦੀ ਕੰਪਨੀ SpaceX ਦੇ ਰਾਕੇਟ ਦੀ ਚੰਦ ਨਾਲ ਟੱਕਰ ਹੋਵੇਗੀ। ਐਲਨ ਮਸਕ ਦੀ ਪੁਲਾੜ ਖੋਜ ਕੰਪਨੀ SpaceX ਵੱਲੋਂ ਲਾਂਚ ਕੀਤਾ ਗਿਆ ਇੱਕ ਰਾਕੇਟ ਚੰਦਰਮਾ ਨਾਲ ਟਕਰਾਉਣ ਤੋਂ ਬਾਅਦ ਫਟ ਜਾਏਗਾ। ਫੈਲਕਨ 9 ਬੂਸਟਰ ਨਾਮ ਦਾ ਇਹ ਰਾਕੇਟ 2015 ਦੇ ਵਿੱਚ ਲਾਂਚ ਕੀਤਾ ਗਿਆ ਸੀ। ਮਿਸ਼ਨ ਨੂੰ ਪੂਰਾ ਨਾ ਕਰਨ ਤੋਂ ਬਾਅਦ ਧਰਤੀ ਤੇ ਵਾਪਸ ਜਾਣ ਲਈ ਇਸ ਵਿੱਚ ਲੋੜੀਂਦਾ ਬਾਲਣ ਹੁਣ ਨਹੀਂ ਬਚਿਆ ਤੇ ਇਹ ਪੁਲਾੜ ਦੇ ਵਿੱਚ ਹੀ ਰਹਿ ਗਿਆ ਹੈ। ਖਗੋਲ ਵਿਗਿਆਨੀ ਜੋਨਾਥਨ ਮੈਕਡੋਵੈਲ ਨੇ ਦੱਸਿਆ ਕਿ ਇਹ ਚੰਦਰਮਾ ਦੇ ਨਾਲ ਪਹਿਲੀ ਬੇਕਾਬੂ ਰਾਕੇਟ ਟੱਕਰ ਹੋਵੇਗੀ ਜਿਸ ਬਾਰੇ ਅਸੀਂ ਜਾਣਦੇ ਹਾਂ ਪਰ ਇਸ ਦਾ ਪ੍ਰਭਾਵ ਬਹੁਤ ਘੱਟ ਹੋਏਗਾ। ਇਸ ਰਾਕੇਟ ਨੂੰ 7 ਸਾਲ ਪਹਿਲਾਂ 1 ਮਿਲੀਅਨ ਮੀਲ ਦੀ ਯਾਤਰਾ ਤੇ ਪੁਲਾੜ ਮੌਸਮ ਉਪਗ੍ਰਹਿ ਭੇਜਣ ਦਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਉੱਚੀ ਆਰਬਿਟ ਦੇ ਵਿੱਚ ਛੱਡਿਆ ਗਿਆ ਸੀ। ਇਹ ਐਲਨ ਮਸਕ ਦੇ ਪੁਲਾੜ ਖੋਜ ਪ੍ਰੋਗਰਾਮ SpaceX ਦਾ ਹਿੱਸਾ ਸੀ। SpaceX ਇੱਕ ਨਿੱਜੀ ਕੰਪਨੀ ਹੈ ਜੋ ਦੂਸਰੇ ਗ੍ਰਹਿਾਂ ਤੇ ਮਨੁੱਖਾਂ ਦੇ ਰਹਿਣ ਦੀ ਸੰਭਾਵਨਾ ਤੇ ਕੰਮ ਕਰਦੀ ਹੈ ਪਰ ਅਫਸੋਸ ਹੈ ਕਿ ਇਹ ਜਿਹੜਾ ਰਾਕੇਟ ਹੈ ਹੁਣ ਖਤਮ ਹੋ ਜਾਏਗਾ ਕਿਉਂਕਿ ਲੋੜੀਂਦਾ ਬਾਲਣ ਇਹਦੇ ਵਾਪਸ ਆਉਣ ਦੇ ਲਈ ਨਹੀਂ ਬਚਿਆ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ। ਧੰਨਵਾਦ।